ਵਿੱਚ ਇਕੱਤਰ ਹੋਏ ਹਾਂ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਗੁਰੂ ਦੀ ਮੱਤ ਪ੍ਰਾਪਤ ਨਾ ਕਰੀਏ, ਦੁਨਿਆਵੀ ਸਿਆਣਪ ਦੇ ਵਿੱਚ ਆਪ ਦਾ ਜੀਵਨ ਬਤੀਤ ਕਰਕੇ ਇੱਥੋਂ ਚਲੇ ਜਾਈਏ, ਉਨੀ ਦੇਰ ਤੱਕ ਸਾਡਾ ਇਹ ਜਾਮਾ ਪ੍ਰਵਾਨ ਨਹੀਂ ਹੁੰਦਾ। ਕਿਉਂਕਿ ਸਾਡੇ ਮਨ ਨੂੰ ਜਿਹੜੇ ਅਸਾਧ ਰੋਗ ਲੱਗੇ ਹੋਏ ਆ, ਕਈ ਜਨਮਾਂ ਤੋਂ ਇਹ ਅਸਾਧ ਰੋਗ ਜਿਹੜੇ ਦੁਨਿਆਵੀ ਵੈਦਾਂ ਤੋਂ ਠੀਕ ਨਹੀਂ ਹੋਏ, ਸਾਡੇ ਦੁਨਿਆਵੀ ਧਨ ਨੂੰ ਕਮਾ ਕਮਾ ਕੇ ਪਤਾ ਨਹੀਂ ਕਿੰਨੇ ਕੁ ਸਾਡੇ ਇਸ ਧਰਤੀ ਦੇ ਉੱਪਰ ਮਾਤਾ ਪਿਤਾ ਬਣੇ, ਕਿੰਨੀ ਕੁ ਵਾਰ ਅਸੀਂ ਇਹਨਾਂ ਜੂਨਾਂ ਦੇ ਵਿੱਚੋਂ 84 ਲੱਖ ਜੂਨਾਂ ਦੇ ਭੋਗ ਭੋਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ। ਤੇ ਮਹਾਰਾਜ ਕਹਿੰਦੇ ਇਹ ਅਸਾਧ ਰੋਗ ਜਿਹੜੇ ਗੁਰੂ ਦੀ ਸ਼ਰਨ ਤੋਂ ਬਿਨਾਂ ਸਾਧੇ ਨਹੀਂ ਜਾ ਸਕਦੇ, ਸਾਡੇ ਮਨ ਨੂੰ ਐਸੇ ਔਗਣ ਲੱਗ ਗਏ ਆ ਜੋ ਮਾਨਸ ਜਾਮਾ ਮਿਲਣ ਤੇ ਵੀ ਸਾਡਾ ਉਸ ਪਰਮੇਸ਼ਰ ਦੇ ਨਾਲ ਵਿਛੋੜਾ ਪਵਾ ਦਿੰਦੇ ਆ। ਸਾਡੀ ਮੱਤ ਐਸੀ ਦ੍ਰਿੜ ਹੋ ਚੁੱਕੀ ਹੈ ਕਿ ਅਸੀਂ ਜੋ ਵੀ ਕਰਮ ਕਰਦੇ ਹਾਂ ਉਹ ਖਸਮ ਨੂੰ ਵਿਸਾਰ ਕੇ ਕਰਦੇ ਹਾਂ, ਅਕਾਲ ਨੂੰ ਵਿਸਾਰ ਕੇ ਕਰਦੇ ਹਾਂ। ਤੇ ਮਹਾਰਾਜ ਕਹਿੰਦੇ ਇਸੇ ਕਰਨੀ ਦੇ ਸਦਕਾ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਸਾਡੇ ਅੰਦਰ ਰੋਗ ਉੱਠੇ ਹੋਏ ਆ। ਮਹਾਰਾਜ ਕਹਿੰਦੇ ਇੱਕ ਨਹੀਂ ਦੋ ਨਹੀਂ, ਪਤਾ ਨਹੀਂ ਕਿੰਨੀ ਕੁ ਵਾਰ ਮਾਨਸ ਜਾਮੇ ਦਾ ਲਾਹਾ ਤੁਹਾਨੂੰ ਦਿੱਤਾ ਗਿਆ, ਪਰ ਜਦੋਂ ਵੀ ਇਸ ਧਰਤੀ ਤੇ ਆਏ, ਇੱਥੋਂ ਸਾਰੇ ਦਾ ਸਾਰਾ ਜੀਵਨ ਅਸੀਂ ਹਾਰ ਕੇ ਚਲੇ ਗਏ, ਕਿਉਂਕਿ ਅਸੀਂ ਗੁਰੂ ਵਾਲੇ ਨਹੀਂ ਬਣੇ। ਅਸੀਂ ਗੁਰੂ ਦੀ ਮੱਤ ਨੂੰ ਇਖਤਿਆਰ ਨਹੀਂ ਕੀਤਾ। ਅਸੀਂ ਜੋ ਮੱਤ ਲਈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਦੂਤਾਂ ਦੇ ਵਿਕਾਰਾਂ ਦੇ ਵਿੱਚ ਰਹੇ। ਅਸੀਂ ਆਪਦੀ ਕਾਇਆ ਦੀ ਖੋਜ ਨਹੀਂ ਕਰ ਸਕੇ, ਤੇ ਜਿਨ੍ਹਾਂ ਨੇ ਇਸ ਕਾਇਆ ਦੀ ਇਸ ਜੀਵਨ ਦੀ ਬਾਜੀ ਨੂੰ ਜਿੱਤਿਆ, ਉਹ ਕਹਿੰਦੇ ਅਸੀਂ ਬਾਹਰੀ ਗਿਆਨ ਦੁਆਰਾ ਜਾਂ ਬਾਹਰੀ ਤੀਰਥਾਂ ਦੇ ਇਸ਼ਨਾਨ ਦੁਆਰਾ ਜਾਂ ਕਿਸੇ ਕਰਮ ਕਾਂਡ ਕਰਕੇ ਨਹੀਂ ਜੀਵਨ ਦੀ ਬਾਜੀ ਜਿੱਤੀ। ਅਸੀਂ ਆਪ ਦੀ ਕਾਇਆ ਦੀ ਖੋਜ ਕੀਤੀ। ਸਾਨੂੰ ਜਦੋਂ ਪੂਰਾ ਗੁਰੂ ਮਿਲਿਆ, ਸਾਨੂੰ ਸੰਗ ਪ੍ਰਾਪਤ ਹੋਇਆ, ਵਡਭਾਗ ਪ੍ਰਾਪਤ ਹੋਇਆ, ਤੇ ਉਸ ਤੋਂ ਬਾਅਦ ਅਸੀਂ ਜੀਵਨ ਜਿੱਤਿਆ। ਪਰ ਜਿੱਤਿਆ ਕਿਵੇਂ? ਆਪ ਦੀ ਕਾਇਆ ਦੀ ਖੋਜ ਕਰਕੇ। ਕਾਇਆ ਦੀ ਖੋਜ ਕੀਤੀ ਤੇ ਇਸ ਕਾਇਆ ਦੇ ਵਿੱਚੋਂ ਫਿਰ ਇੱਕ ਮੰਦਰ ਲੱਭਿਆ। ਇਸ ਕਾਇਆ ਦੇ ਵਿੱਚ ਹਰੀ ਦਾ ਵਾਸਾ ਸੀ, ਉਹ ਅਸਥਾਨ ਲੱਭਿਆ। ਅਤੇ ਜੋ ਇਸ ਕਾਇਆ ਦੇ ਵਿੱਚ ਚੋਰ ਸੀ, ਠੱਗ ਸੀ, ਜਿਹੜੇ ਸਾਡੇ ਮਨ ਨੂੰ ਭੁਆਲੀ ਦੇ ਦਿੰਦੇ ਸੀ, ਪਹਿਲੋਂ ਉਹ ਠੱਗਾਂ ਤੋਂ ਆਪ ਦਾ ਖਹਿੜਾ ਛਡਾਇਆ। ਫਿਰ ਅਸੀਂ ਜਾ ਕੇ ਜੀਵਨ ਦੀ ਬਾਜੀ ਜਿੱਤੀ ਹੈ। ਇਸ ਦੇਹੀ ਅੰਤਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਇਹ ਪੰਜੇ ਦੂਤ ਸਾਨੂੰ ਵਿਚਾਰਾਂ ਫੁਰਨਿਆਂ ਦੇ ਵਿੱਚ ਪਾ ਕੇ ਸਾਨੂੰ ਗੁਰੂ ਤੋਂ ਬੇਮੁਖ ਕਰਦੇ, ਤੇ ਫਿਰ ਸਾਡਾ ਅੰਮ੍ਰਿਤ ਲੁੱਟਦੇ ਆ, ਤੇ ਸਾਡੀ ਪੁਕਾਰ ਕੋਈ ਵੀ ਨਹੀਂ ਸੁਣਦਾ। ਸਾਨੂੰ ਇੰਨਾ ਅੰਨ੍ਹਿਆ ਕਰ ਦਿੰਦੇ ਹੈ ਕਿ ਗੁਰੂ ਅਤੇ ਸਤਿਗੁਰ ਸਾਹਮਣੇ ਹੈ, ਸਾਡੀ ਦੇਹੀ ਦੇ ਰੋਮ ਰੋਮ ਵਿੱਚ ਵਿਰਾਜਤ ਬੈਠਾ ਹੈ, ਪਰ ਸਾਨੂੰ ਉਹਦੇ ਨਾਲ ਜੁੜਨ ਨਹੀਂ ਦਿੰਦੇ। ਸਾਡੇ ਨੇਤਰਾਂ ਦੇ ਉੱਪਰ ਜਾਲ ਪਾ ਦਿੰਦੇ ਆ ਕਿ ਸਾਨੂੰ ਪਰ ਤਰੀ, ਪਰ ਰੂਪ, ਪਰ ਧਨ ਇਹੀ ਦਿਖਦਾ ਹੈ। ਸਾਡੇ ਕੰਨਾਂ ਦੇ ਉੱਪਰ ਜਾਲ ਪਾ ਦਿੰਦੇ ਆ ਕਿ ਸਾਨੂੰ ਨਿੰਦਿਆ, ਉਸਤਤ, ਹਰਖ ਸੋਗ ਦੇ ਬਚਨ, ਦੁੱਖ ਸੁੱਖ ਦੇ ਬਚਨ ਇਹੀ ਚੰਗੇ ਲੱਗਦੇ ਆ। ਸਾਡੀ ਰਸਨਾ ਦੇ ਉੱਪਰ ਐਸਾ ਜਾਲ ਪਾ ਦਿੰਦੇ ਆ ਕਿ ਅਸੀਂ ਸਿਰਫ ਦੁਨਿਆਵੀ ਬਚਨ ਹੀ ਕਰਦੇ ਹਾਂ।
ਸੰਸਾਰੀ ਬਚਨ, ਮਾਇਆ ਦੇ ਬਚਨ, ਲੋਭ ਦੇ ਬਚਨ ਤੇ ਮਾਇਆ ਨੂੰ ਮਿੱਠਾ ਕਰਕੇ ਜਾਣਦੇ ਹਾਂ ਤੇ ਸਾਡਾ ਮਨ ਇਸੇ ਜਾਲ ਦੇ ਵਿੱਚ ਸੁੱਤਾ ਰਹਿੰਦਾ ਹੈ। ਜੋ ਬੜੇ ਸਮੇਂ ਬਾਅਦ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਸਾਡੀ ਪੁਕਾਰ ਹੋਈ, ਚਿਰੰਕਾਲ ਪਾਈ ਦੁਰਲਭ ਦੇ। ਬੜੇ ਜਨਮਾਂ ਦੀ ਪੁਕਾਰ ਦੇ ਕਈ ਜਨਮਾਂ ਦੇ ਵਿੱਚ ਤਰਸ ਕਰਕੇ ਥੋੜ੍ਹੇ ਅਸੀਂ ਸਵਾਸ ਜੋੜਦੇ ਰਹੇ, ਸਿਮਰਨ ਕਰਦੇ ਰਹੇ, ਜਿੰਨਾ ਕੁ ਗਿਆਨ ਸੀ ਜਿਸ ਵੀ ਜੂਨ ਵਿੱਚ ਸੀ। ਫਿਰ ਸਾਨੂੰ ਜਾ ਕੇ ਇਹ ਮਾਨਸ ਜਾਮਾ ਪ੍ਰਾਪਤ ਹੋਇਆ। ਚਿਰੰਕਾਲ ਪਾਈ ਦੁਰਲਭ ਦੇ, ਅੱਗੇ ਕਹਿੰਦੇ ਆ ਨਾਮ ਵਿਹੂਣੀ ਹੋਈ ਖੇ। ਪਰ ਫਿਰ ਜਦੋਂ ਦੇਹੀ ਪ੍ਰਾਪਤ ਹੋਈ ਤਾਂ ਫਿਰ ਨਾਮ ਦੇ ਖਜ਼ਾਨੇ ਨੂੰ ਛੱਡ ਕੇ ਅਸੀਂ ਸੰਸਾਰ ਦਾ ਖਜ਼ਾਨਾ ਫਿਰ ਪ੍ਰਾਪਤ ਕਰਨ ਦੇ ਲਈ ਯਤਨ ਕਰਨ ਲੱਗ ਪਏ। ਤੇ ਮਹਾਰਾਜ ਕਹਿੰਦੇ ਵੀ ਚਿਰਾਂ ਤੋਂ ਬਾਅਦ ਪ੍ਰਾਪਤ ਹੋਈ ਦੇਹੀ, ਤੇ ਜੇ ਉਸ ਦੇ ਵਿੱਚ ਨੌ ਨਿਧ ਦਾ ਨਾਮ ਪ੍ਰਗਟ ਨਹੀਂ ਹੋਇਆ, ਦੇਹੀ ਵਿੱਚ ਬੈਠੇ ਹੋਏ ਮਾਲਕ ਨੂੰ ਬੁੱਝਿਆ ਨਹੀਂ, ਜੋ ਮਨ ਮੰਦਰ ਤਨ ਵੇਸ ਕਲੰਦਰ ਹੈ, ਘਟ ਦੇ ਵਿੱਚ ਤੀਰਥ ਨਹੀਂ ਨਾਤਾ। ਕਹਿੰਦੇ ਨਾਮ ਵਿਹੂਣੀ ਹੋਈ ਖੇ, ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਤਿਸੇ ਨਾ ਜਾਣੈ ਜਿਨੇ ਸਿਰੀ। ਫਿਰ ਸਾਡੀ ਅਵਸਥਾ ਨੂੰ ਜਿਹੜਾ ਹੈ ਪਸ਼ੂਆਂ ਪ੍ਰੇਤਾਂ ਮੂਰਖਾਂ ਤੋਂ ਵੀ ਮਾੜਾ ਗਿਣਿਆ ਗਿਆ। ਉਸੇ ਤਰੀਕੇ ਜੋ ਅੱਜ ਦਾ ਗੁਰਬਾਣੀ ਗੁਰੂ ਦੇ ਵਿੱਚ ਬਚਨ ਆਇਆ ਹੈ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਗੁਰੂ ਦੇ ਵਿੱਚ ਗਿਆਨ ਦੀ, ਸ਼ਬਦ ਦੀ ਚੋਟ ਕੀਤੀ ਹੈ ਸਾਨੂੰ ਸਾਰਿਆਂ ਨੂੰ। ਚੌਂ ਵਰਨਾਂ ਨੂੰ ਇੱਕੋ ਸਾਂਝਾ ਉਪਦੇਸ਼ ਕੀਤਾ ਹੈ ਕਿ ਜਿਹੜੀ ਮਾਇਆ ਨੂੰ ਤੁਸੀਂ ਇੰਨਾ ਮਿੱਠਾ ਕਰਕੇ ਦੇਖ ਰਹੇ ਹੋ, ਇਸ ਦੇ ਨਾਲ ਪਿਆਰ ਪਾਇਆ ਹੋਇਆ ਹੈ, ਇਹ ਤੁਹਾਨੂੰ ਪਤਾ ਹੈ ਕਿ ਬਿਨਾਂ ਦੰਦਾਂ ਤੋਂ ਹੀ ਤੁਹਾਨੂੰ ਖਾਧੀ ਜਾ ਰਹੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਪਿਆ। ਨਹਿ ਸੁਣੀਏ ਨਹਿ ਮੁਖ ਤੇ ਬਕੀਏ, ਨਹਿ ਮੋਹੇ ਓਡੀਠੀ, ਐਸੀ ਠਗੌਰੀ ਪਾਏ ਭੁਲਾਵੈ, ਮਨ ਸਭ ਕੇ ਲਾਗੈ ਮੀਠੀ। ਤੇ ਬਿਨਾਂ ਦੰਦਾਂ ਤੋਂ ਕਿਵੇਂ ਖਾ ਰਹੀ ਹੈ? ਕਹਿੰਦੇ ਜਿਹੜੇ ਮਾਤਾ ਪਿਤਾ ਭੈਣ ਭਾਈ ਤੁਸੀਂ ਸੰਸਾਰ ਦੇ ਵਿੱਚ ਸਾਰੇ ਇੱਕ ਲਾਹਾ ਲੈਣ ਦੇ ਲਈ ਪਰਿਵਾਰਕ ਸੰਜੋਗੀ ਹੋ, ਇੱਕ ਟੀਮ ਬਣਾ ਕੇ ਇੱਥੇ ਭੇਜੀ ਹੈ ਧਰਤੀ ਤੇ, ਹੈ ਸਾਰੇ ਹੀ ਮੁਸਾਫਰ, ਪਰ ਮੁਸਾਫਰਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਦਿੱਤਾ ਗਿਆ ਹੈ, ਮਨੁੱਖੀ ਜਾਮਾ ਦਿੱਤਾ ਗਿਆ। ਹੁਣ ਇਕੱਠਾ ਕਿਉਂ ਕੀਤਾ ਹੈ? ਜਦੋਂ ਇਸ ਜਨਮ ਦੇ ਵਿੱਚ ਭੇਜਿਆ, ਧਰਤੀ ਤੇ ਭੇਜਿਆ, ਉਸ ਤੋਂ ਪਹਿਲੋਂ ਰਿਜ਼ਕ ਦੇ ਦਿੱਤਾ, ਸਵਾਸਾਂ ਦਾ ਧਨ ਦੇ ਦਿੱਤਾ, ਤਾਂ ਕਿ ਇਕੱਠੇ ਹੋ ਕੇ ਰਿਜ਼ਕ ਦਾ ਆਨੰਦ ਮਾਣਦੇ, ਇੱਕ ਦੂਜੇ ਦੇ ਸੁੱਖ ਦਾ ਆਨੰਦ ਮਾਣਦੇ ਹੋਏ, ਜੋ ਜਨਮਾਂ ਜਨਮੰਤਰਾਂ ਤੋਂ ਉਹ ਅਨਹਦ ਨਾਮ, ਉਸ ਸੱਚੇ ਦੀ ਜੋਤ ਦੀ ਪਹਿਚਾਣ ਨਹੀਂ ਹੋਈ, ਇਹਨਾਂ ਨੂੰ ਪਹਿਲੋਂ ਰਿਜ਼ਕ ਵੀ ਦੇ ਦਿੱਤਾ ਜਾਵੇ, ਇਹਨਾਂ ਨੂੰ ਸੁੱਖ ਸਹੂਲਤਾਂ ਵੀ ਦੇ ਦਿੱਤੀਆਂ ਜਾਣ, ਇਹਨਾਂ ਨੂੰ ਆਪਸੀ ਬਲ ਤਪਾਕ ਸਭ ਕੁਝ ਦੇ ਦਿੱਤਾ ਜਾਵੇ, ਤਾਂ ਕਿ ਸਿਰਫ ਸੰਸਾਰ ਦੇ ਵਿੱਚ ਜਾ ਕੇ ਜਿਹੜੀ ਨਾਮ ਦਾ ਧਨ ਇਹਨਾਂ ਨੇ ਪ੍ਰਾਪਤ ਨਹੀਂ ਕੀਤਾ ਉਹਦੀ ਮਿਹਨਤ ਕਰ ਲੈਣ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜਿਉ ਭਰਿਆ। ਸਭ ਕੁਝ ਪਹਿਲੋਂ ਦਿੱਤਾ, ਜੀ ਜੰਤ ਸਭ ਪਾਛੇ ਕਰਿਆ, ਪ੍ਰਥਮੈ ਰਿਜਕ ਸਮਾਹ। ਹੁਣ ਅਸੀਂ ਜਿਹੜਾ ਦਿੱਤਾ ਹੋਇਆ ਰਿਜਕ ਹੈ ਉਸੇ ਨੂੰ ਦੇਖ ਦੇਖ ਕੇ ਖੁਸ਼ ਹੋ ਰਹੇ ਹਾਂ, ਹੰਕਾਰ ਦੇ ਵਿੱਚ ਆ ਰਹੇ ਹਾਂ, ਉਸੇ ਨੂੰ ਦੇਖ ਦੇਖ ਕੇ ਆਪ ਦੇ ਮਨ ਨੂੰ ਹੋਰ ਆਸ਼ਾ ਅਭਿਲਾਸ਼ਾ ਦੇ ਫੁਰਨਿਆਂ ਦੇ ਵਿੱਚ ਲੈ ਕੇ ਜਾ ਰਹੇ ਹਾਂ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ, ਗਰਭ ਵੱਡੋ ਮੂਲ ਇਤਨੋ, ਰਹਿਣ ਨਹੀਂ ਗਹੁ ਕਿਤਨੋ। ਸੱਚੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਪਤਾ ਹੈ ਤੇਰਾ ਜੋ ਜ਼ਿੰਦਗੀ ਹੈ, ਤੇਰਾ ਮੂਲ ਹੈ, ਉਹ ਕਿੰਨਾ ਕੁ ਹੈ?
ਤੇ ਤੇਰਾ ਹੰਕਾਰ ਕਿੰਨਾ ਵੱਡਾ ਹੈ ਇਸ ਵਕਤ। ਤਾਂ ਸਾਡੇ ਮੂਲ ਸਾਡੀ ਜ਼ਿੰਦਗੀ ਦੱਸਦੇ ਆ, ਹਮ ਆਦਮੀ ਹਾਂ ਇੱਕ ਦਮੀ, ਮਹੌਲਤ ਮਹੁਤ ਨ ਜਾਣਾ। ਇੱਕ ਸਵਾਸ ਦੀ ਆਪਣੀ ਜ਼ਿੰਦਗੀ ਦੱਸੀ ਆ। ਇੱਕ ਸਵਾਸ ਹੈ, ਉਸੇ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੈ। ਜਦੋਂ ਅੰਦਰ ਗਿਆ ਸਾਸ, ਤੇ ਜਦੋਂ ਸਰੀਰ ਨੇ ਉਹਨੂੰ ਲੈ ਲਿਆ ਤੇ ਬਾਹਰ ਛੱਡਿਆ, ਉਹਨੂੰ ਖਾ ਲਿਆ ਸਵਾਸ ਨੂੰ, ਤਾਂ ਕਹਿੰਦੇ ਗਰਾਸ। ਸਵਾਸ ਦੀ ਗਰਾਈ ਮਾਲਕ ਨੇ ਅੰਦਰ ਪਾਈ, ਉਹ ਗਰਾਈ ਖਾ ਕੇ ਜਦੋਂ ਬਾਹਰ ਕੱਢ ਦਿੱਤੀ ਤੇ ਕਹਿੰਦੇ ਸਵਾਸ ਅਤੇ ਗਰਾਸ ਇੱਕੋ ਹੈ। ਤੇ ਮਹਾਰਾਜ ਕਹਿੰਦੇ ਇੱਕ ਦਮ ਦੀ ਜ਼ਿੰਦਗੀ ਹੈ, ਉਹੀ ਇੱਕੋ ਦਮ ਵਾਰ-ਵਾਰ ਆਉਂਦਾ ਪਿਆ ਹੈ। ਹਮ ਆਦਮੀ ਹਾਂ ਇੱਕ ਦਮੀ, ਮਹੌਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੇ ਸਰੇਵੋ ਜਾ ਕੇ ਜੀ ਵਿੱਚ ਪ੍ਰਾਣਾ। ਮਹਾਰਾਜ ਕਹਿੰਦੇ ਇੱਕ ਦਮ ਦੀ ਜ਼ਿੰਦਗੀ ਹੈ, ਔਰ ਇੱਕੋ ਸਵਾਸ ਵਾਰ-ਵਾਰ ਸਾਡੀ ਦੇਹੀ ਨੂੰ ਆਉਂਦਾ ਹੈ। ਤੇ ਫਿਰ ਮਹਾਰਾਜ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਸੰਸਾਰ ਦੇ ਵਿੱਚ ਸਾਨੂੰ ਕਰਮ ਦੇ ਲਈ ਖਿਡਾਇਆ ਜਾਂਦਾ ਹੈ, ਕਰਮ ਦਿੱਤਾ ਜਾਂਦਾ ਹੈ। ਇੱਕ ਸਵਾਸ ਜ਼ਿੰਦਗੀ ਹੈ, ਉਹੀ ਸਵਾਸ ਵਾਰ-ਵਾਰ ਸਾਡੀ ਦੇਹੀ ਦੇ ਅੰਦਰ ਜਾ ਰਿਹਾ, ਬਾਹਰ ਆ ਰਿਹਾ। ਤੇ ਫਿਰ ਕਹਿੰਦੇ ਇੱਕ ਰਹਿਣ ਕੇ ਪਹੁਨ ਤੁਮ ਆਏ, ਬਹੁਤ ਜੁਗ ਆਸ ਵਧਾਏ, ਘਰ ਮੰਦਰ ਸੰਪੇ ਜੋ ਦਿਸੈ, ਜਿਉ ਤਰਵਰ ਕੀ ਛਾਏ। ਮਹਾਰਾਜ ਕਹਿੰਦੇ ਇੱਕ ਸਾਹ ਦੀ ਜ਼ਿੰਦਗੀ ਦੇ ਕੇ ਤੇ ਫਿਰ ਇੱਕ ਦਿਨ ਦੀ ਖੇਡ ਖਿਡਾਉਂਦਾ ਹੈ ਮਾਲਕ। ਸਵੇਰੇ ਜਿਵੇਂ ਹੀ ਸਾਡੀ ਨੀਂਦ ਖੁੱਲ੍ਹ ਗਈ, ਸਾਡੇ ਨੇਤਰ ਖੁੱਲ੍ਹੇ, ਸਾਨੂੰ ਕਾਮ ਕ੍ਰੋਧ ਲੋਭ ਹੰਕਾਰ ਅੰਦਰੋਂ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਆ। ਜਦੋਂ ਅਸੀਂ ਨੀਂਦ ਵਿੱਚ ਹੈ, ਦੇਹੀ ਨੂੰ ਛੱਡਿਆ ਹੋਇਆ ਹੈ, ਉਦੋਂ ਸਾਨੂੰ ਕੋਈ ਵਿਚਾਰ ਨਹੀਂ, ਕੋਈ ਪਤਾ ਨਹੀਂ ਅਸੀਂ ਮਰਦ ਹਾਂ, ਅਸੀਂ ਇਸਤਰੀ ਰੂਪ ਹਾਂ, ਅਸੀਂ ਅਮੀਰ ਹਾਂ, ਅਸੀਂ ਗਰੀਬ ਹਾਂ, ਕੌਣ ਸਾਡਾ ਦੁਸ਼ਮਣ ਹੈ, ਕੌਣ ਸਾਡਾ ਦੋਸਤ ਹੈ। ਉਦੋਂ ਅਸੀਂ ਬਿਲਕੁਲ ਸਹਿਜ ਦੇ ਵਿੱਚ ਹੈ, ਸੁੰਨ ਵਿੱਚ ਹੈ। ਪਰ ਜਿਉਂ ਹੀ ਨੇਤਰ ਖੁੱਲ੍ਹੇ, ਅੱਖਾਂ ਖੁੱਲ੍ਹੀਆਂ, ਸਰੀਰ ਦੇ ਦਰਵਾਜ਼ੇ ਖੁੱਲ੍ਹੇ, ਖੁੱਲ੍ਹੇ ਹੱਟ, ਹੁਆ ਵਪਾਰ, ਵਪਾਰ ਸ਼ੁਰੂ ਹੋ ਗਿਆ। ਹੁਣ ਵਪਾਰ ਕਿਹੜਾ ਹੈ? ਮਨਮੁਖ ਨੂੰ ਤਾਂ ਇਸ ਦਾ ਭੇਤ ਨਹੀਂ ਕਿ ਮਨ ਦੀ ਜੋਤ ਵੱਖਰੀ ਹੈ ਅਤੇ ਸਰੀਰ ਜੋ ਹੈ ਇਹ ਇੱਕ ਵੱਖਰਾ ਹੈ ਆਕਾਰ। ਮਨ ਇਸ ਸਰੀਰ ਦੇ ਵਿੱਚ ਆਉਂਦਾ, ਇਹ ਸਰੀਰ ਤੁਰਨਾ ਫਿਰਨਾ ਦੇਖਣਾ ਸ਼ੁਰੂ ਕਰ ਦਿੰਦਾ, ਤੇ ਮਨ ਇਸ ਸਰੀਰ ਨੂੰ ਜਦੋਂ ਛੱਡ ਕੇ, ਜਿਹਨੂੰ ਆਪਾਂ ਕਹਿੰਦੇ ਹਾਂ ਨੀਂਦ ਵਿੱਚ ਚਲਿਆ ਜਾਂਦਾ ਹੈ, ਗੁਰਬਾਣੀ 'ਚ ਕਹਿੰਦੇ ਸੁੰਨ ਵਿੱਚ ਚਲਿਆ ਜਾਂਦਾ ਹੈ, ਉਦੋਂ ਇਹ ਸਰੀਰ ਦੇਖਣਾ ਬੋਲਣਾ ਸੁਣਨਾ ਸਭ ਛੱਡ ਦਿੰਦਾ। ਇੱਕ ਦਿਨ ਦੀ ਖੇਡ ਖਿਡਾਈ ਜਾਂਦੀ ਹੈ। ਦਿਨ ਤੋਂ ਬਾਅਦ ਰਾਤ ਨੂੰ ਇਸ ਮਨ ਦੀ ਜੋਤ ਨੂੰ ਕੁਦਰਤੀ ਤੌਰ ਤੇ ਸਰੀਰ ਤੋਂ ਵੱਖ ਕਰ ਲਿਆ ਜਾਂਦਾ। ਏਕ ਰਹਿਣ ਕੇ ਪਹੁਣ ਤੁਮ ਆਏ, ਪ੍ਰਾਹੁਣਾ ਬਣਾ ਕੇ ਭੇਜਿਆ ਜਾਂਦਾ। ਇੱਕ ਦਿਨ ਦੇ ਲਈ ਇੱਕ ਸਵਾਸ ਦੀ ਜ਼ਿੰਦਗੀ ਦਿੱਤੀ ਜਾਂਦੀ ਹੈ। ਗਰਭ ਵੱਡੋ ਮੂੰਹ ਲਿਤਨੋ। ਹੁਣ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਨ ਕਮਾਇਆ, ਪੈਸਾ ਕਮਾਇਆ, ਘਾਟਾ ਖਾਧਾ, ਵਾਧਾ ਕੀਤਾ, ਪਰਿਵਾਰ ਦੇ ਨਾਲ ਵਿਚਰਿਆ, ਜਦੋਂ ਸ਼ਾਮ ਨੂੰ ਜੋਤ ਸਰੂਪੀ ਮਨ ਨੇ ਸਰੀਰ ਛੱਡ ਦਿੱਤਾ, ਸਰੀਰ ਤੋਂ ਵੱਖ ਹੋ ਗਿਆ, ਨੀਂਦ ਆ ਗਈ, ਉਹ ਸਾਰੇ ਦਿਨ ਦਾ ਕਮਾਇਆ ਹੋਇਆ ਧਨ ਇੱਕ ਰਾਤ ਨੂੰ ਆਪ ਦੇ ਨਾਲ ਨਹੀਂ ਲੈ ਕੇ ਜਾ ਸਕਦਾ। ਜੋ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕਮਾਇਆ, ਜੋ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕੋਈ ਦੋਸਤੀ, ਕੋਈ ਦੁਸ਼ਮਣੀ, ਜਿਵੇਂ ਦੇ ਵੀ ਵਿਚਾਰ ਲਏ, ਜਿਉਂ ਹੀ ਸਰੀਰ ਦੇ ਵਿੱਚੋਂ ਇਹ ਮਨ ਕਰਮਾਂ, ਇਹ ਮਨ ਧਰਮਾਂ, ਇਹ ਮਨ ਪੰਚ ਤੱਤ ਹੈ ਜਨਮਾਂ, ਪੰਜਾਂ ਤੱਤਾਂ ਦੇ ਮਨ ਨੂੰ, ਜੋਤ ਸਰੂਪੀ ਮਨ ਨੂੰ ਪਾਸੇ ਕੀਤਾ, ਧਿਆਨ ਪਾਸੇ ਹੋਇਆ, ਨੀਂਦ ਆਈ, ਘੁਰਾੜਾ ਵੱਜਿਆ, ਭੁੱਲ ਗਿਆ। ਉਸ ਤੋਂ ਮੁੜ ਕੇ 8-10 ਘੰਟੇ 12 ਘੰਟੇ ਕੋਈ ਪਤਾ ਨਹੀਂ ਮੈਂ ਕਿੱਥੇ ਹਾਂ ਕਿੱਥੇ ਨਹੀਂ, ਮੇਰਾ ਪਰਿਵਾਰ ਕਿੱਥੇ ਹੈ, ਮੇਰਾ ਪੈਸਾ ਕਿੱਥੇ ਹੈ। ਅਲਪ ਮੌਤ ਦਿੱਤੀ ਜਾਂਦੀ ਹੈ ਸ਼ਾਮ ਨੂੰ। ਸਵੇਰੇ ਜਨਮ ਹੋ ਗਿਆ, ਸ਼ਾਮ ਨੂੰ ਮਰਨ ਹੋ ਗਿਆ।
ਸਵੇਰੇ ਇੱਕ ਅਲਪ ਜ਼ਿੰਦਗੀ ਮਿਲ ਗਈ, ਸ਼ਾਮ ਨੂੰ ਅਲਪ ਮੌਤ ਮਿਲ ਗਈ। ਥੋੜੇ ਸਮੇਂ ਦੀ ਜ਼ਿੰਦਗੀ, ਏਕ ਰਹਿਣ ਕੇ ਪਹੁਨ ਤੁਮ ਆਏ, ਸਾਨੂੰ ਪ੍ਰਾਹੁਣਚਾਰੀ ਦੇ ਰੂਪ ਵਿੱਚ ਭੇਜਿਆ। ਹੁਣ ਮਨ ਨੂੰ ਆਪ ਦੀ ਜੋਤ ਦਾ ਭੇਤ ਨਹੀਂ, ਮਨ ਨੂੰ ਸਰੀਰ ਦਾ ਭੇਤ ਨਹੀਂ। ਜਦੋਂ ਸਰੀਰ ਦੇ ਵਿੱਚ ਆਉਂਦਾ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸੇ ਮਨ ਰੂਪੀ ਜੋਤ ਨੂੰ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਆ। ਸਾਰਾ ਦਿਨ ਵਿਚਾਰਾਂ ਦੇ ਵਿੱਚ ਵਿਚਰਦਾ ਰਹਿੰਦਾ। ਉਹ ਕਿਹੜੇ ਵਿਚਾਰ ਨੇ? ਮਨਮਤੀ ਵਿਚਾਰ ਮਨਮੁਖ ਨੂੰ ਆਉਂਦੇ ਰਹਿੰਦੇ ਆ। ਕਦੇ ਲੋਭ ਦੇ ਵਿਚਾਰ, ਕਦੇ ਹਰਖ ਸੋਗ ਦੇ ਵਿਚਾਰ। ਵਿਚਾਰਾਂ ਵਿੱਚ ਰਹਿਣ ਕਰਕੇ ਇਸ ਸੰਸਾਰ ਨੂੰ ਆਪ ਦਾ ਸਮਝਣ ਲੱਗ ਜਾਂਦਾ ਹੈ। ਫਿਰ ਹੰਕਾਰ ਕਰਦਾ ਹੈ। ਇਹ ਭੁੱਲ ਜਾਂਦਾ ਹੈ ਕਿ ਮੈਂ ਇੱਕ ਦਿਨ ਦਾ ਮੈਨੂੰ ਪ੍ਰਾਹੁਣਾ ਬਣਾ ਕੇ ਭੇਜਿਆ, ਮੇਰੀ ਸਵਾਸਾਂ ਦਾ ਧਨ ਇੱਕ ਸਵਾਸ ਦੇ ਉੱਪਰ ਮੈਂ ਨਿਰਭਰ ਹਾਂ, ਤੇ ਮੈਨੂੰ ਸਵਾਸ ਦੇਣ ਵਾਲਾ ਕੌਣ ਹੈ ਇਸ ਦਾ ਭੇਤ ਨਹੀਂ। ਕਿਉਂਕਿ ਜੇ ਗੁਰੂ ਦੀ ਮੱਤ ਲਵੇਗਾ, ਸੰਤਾਂ ਦੇ ਪਾਸ ਜਾਏਗਾ, ਉਹ ਸਾਨੂੰ ਦੱਸਦੇ ਆ, ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗ੍ਰਾਹਾ ਹੈ। ਹੁਣ ਜਦੋਂ ਇਹ ਭੇਤ ਨਹੀਂ ਤੇ ਫਿਰ ਸਾਰਾ ਦਿਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਰਾਂ ਦੇ ਵਿੱਚ ਵਿਚਰਦਾ ਹੈ, ਤੇ ਫਿਰ ਗਰਭ ਕਰਦਾ ਹੈ, ਹੰਕਾਰ ਕਰਦਾ ਹੈ। ਔਰ ਉਸੇ ਗਰਭ ਅਤੇ ਹੰਕਾਰ ਦੇ ਵਿੱਚ ਮਾਇਆ ਨਾਲ ਪਿਆਰ ਪੈ ਗਿਆ, ਭੈਣ ਭਾਈ ਸਾਕ ਸੰਬੰਧੀਆਂ ਦੇ ਨਾਲ ਪਿਆਰ ਪੈ ਗਿਆ, ਇਹ ਦੁਨਿਆਵੀ ਦੇਹੀ ਦੇ ਨਾਲ ਪਿਆਰ ਪੈ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਦਾ ਆਪਾ ਭੁੱਲ ਗਿਆ। ਗਰਭ ਬੜੋ ਮੂਲ ਇਤਨੋ ਰਹਿਣ ਨਹੀਂ ਗਹੁ ਕਿਤਨੋ। ਇੱਥੇ ਰਹਿਣਾ ਨਹੀਂ। ਦੇਖੋ ਵੈਸੇ ਤਾਂ ਜਿਹੜੀ ਪੂਰੀ ਜ਼ਿੰਦਗੀ ਹੈ ਉਹ ਵੀ ਦਿਵਸ ਰਾਤ ਦੋਇ ਦਾਈ ਦਾ ਖੇਲਾ ਸਗਲ ਜਗਤ। ਦਿਨ ਤੇ ਰਾਤ ਦੀ ਖੇਡ ਕਰਕੇ ਖਿਡਾਈ ਜਾਂਦੀ ਹੈ, ਵੀ ਦਿਨ ਸਮੇਂ ਖਿਡਾਇਆ, ਰਾਤ ਨੂੰ ਫਿਰ ਵੱਖਰਾ ਕਰ ਲਿਆ, ਫਿਰ ਦਿਨ ਸਮੇਂ ਸਾਨੂੰ ਸਰੀਰ ਚੇਤੇ ਆ ਗਿਆ, ਰਾਤ ਨੂੰ ਫਿਰ ਭੁਲਾਤਾ। ਇੰਨੀ ਸਹਿਜ ਖਿਡਾਇਆ ਜਾਂਦਾ। ਰੋਜ਼ ਦਾ ਰੋਜ਼ ਸਾਨੂੰ ਸ਼ਾਮ ਨੂੰ ਚੇਤੇ ਕਰਵਾਇਆ ਜਾਂਦਾ ਵੀ ਦੇਖੋ ਜਿਵੇਂ ਅੱਜ ਆਪਾਂ ਦਿਨ ਦੀ ਜ਼ਿੰਦਗੀ ਖੇਡੀ ਹੈ, ਦੇਖੋ ਸ਼ਾਮ ਨੂੰ ਆਪਾਂ ਸਰੀਰ ਨੂੰ ਛੱਡ ਦੇਣਾ, ਮੌਤ ਦਿੱਤੀ ਜਾਂਦੀ ਹੈ। ਔਰ ਇਸੇ ਤਰ੍ਹਾਂ ਤੂੰ ਇੱਕ ਦਿਨ ਪੱਕਾ ਇਸ ਸਰੀਰ ਨੂੰ ਛੱਡ ਦੇਣਾ ਹੈ। ਹੁਣ ਤਾਂ ਤੂੰ ਸਰੀਰ ਛੱਡ ਜਾਣਾ, ਸਵੇਰੇ ਤੈਨੂੰ ਫਿਰ ਬੁਲਾ ਲਿਆ ਜਾਂਦਾ, ਕਿਉਂਕਿ ਸਵਾਸਾਂ ਦਾ ਧਨ ਹੈ। ਤੇ ਜਦੋਂ ਇੱਕ ਦਿਨ ਸਵਾਸਾਂ ਦਾ ਧਨ ਖਤਮ ਹੋ ਗਿਆ, ਇਸੇ ਤਰ੍ਹਾਂ ਜਿਵੇਂ ਸ਼ਾਮ ਨੂੰ ਤੂੰ ਸਰੀਰ ਨੂੰ ਛੱਡਦਾ ਹੈ, ਨੀਂਦ ਵਿੱਚ ਜਾਣਾ, ਇਸੇ ਤਰ੍ਹਾਂ ਪੱਕਾ ਨਿਕਲ ਜਾਏਗਾ, ਵਾਪਸ ਨਹੀਂ ਆ ਸਕੇਗਾ। ਸੰਜੋਗੀ ਤੇਰੀ ਦੇਹੀ ਨੂੰ ਹਿਲਾਉਣਗੇ, ਉੱਚੀ ਉੱਚੀ ਰੋ ਕੇ ਤੈਨੂੰ ਜਗਾਉਣਗੇ, ਜਾਗੇਗਾ ਨਹੀਂ, ਕਿਉਂਕਿ ਹੁਣ ਸਵਾਸਾਂ ਦਾ ਧਨ ਹੈ, ਸੁਬਾਹ ਫਿਰ ਵਾਪਸ ਆ ਜਾਣਾ। ਇਹ ਰੋਜ਼ ਦਾ ਰੋਜ਼ ਜਨਮ ਅਤੇ ਮਰਨ ਦੀ ਖੇਡ ਕਰਕੇ ਦਿਖਾਇਆ ਜਾਂਦਾ ਹੈ ਵੀ ਖੇਲੋ ਜਿੰਨਾ ਮਰਜ਼ੀ, ਇੱਕ ਦੂਜੇ ਨੂੰ ਪਿਆਰ ਜਿੰਨਾ ਮਰਜ਼ੀ ਕਰੋ, ਜਿੰਨਾ ਮਰਜ਼ੀ ਦੁਨਿਆਵੀ ਧਨ ਕਮਾਓ, ਜਿੰਨਾ ਮਰਜ਼ੀ ਸੰਸਾਰ ਦੇ ਵਿੱਚ ਵਿਚਰੋ, ਪਰ ਯਾਦ ਰੱਖਿਆ ਜੇ ਰਹਿਣ ਨਹੀਂ ਗਹੁ ਕਿਤਨੋ। ਇੱਥੇ ਮੋਹ ਨਹੀਂ ਪਾਉਣਾ, ਪਿਆਰ ਨਹੀਂ ਪਾਉਣਾ, ਸ਼ਬਦ ਦੁਆਰਾ ਆਪ ਦੇ ਜੀਵਨ ਨੂੰ ਜਿਉਣਾ ਹੈ। ਹਰ ਵਕਤ ਕਰਮ ਕਰਦਿਆਂ ਮੁੱਖ ਦੇ ਵਿੱਚ ਗੁਰਮੰਤਰ ਨੂੰ ਵਸਾ ਕੇ ਚੱਲਣਾ ਹੈ, ਵਾਹਿਗੁਰੂ ਨੂੰ ਵਸਾ ਕੇ ਚੱਲਣਾ, ਤਾਂ ਕਿ ਸੰਸਾਰ ਦੀ ਖੇਡ ਖੇਡਦਿਆਂ ਖੇਡਦਿਆਂ ਇੱਥੋਂ ਦੀ ਸੂਖਮ ਅਤੇ ਅਸਥੂਲ ਮਾਇਆ ਦੇ ਨਾਲ ਪਿਆਰ ਨਾ ਪਵੇ, ਪ੍ਰੇਮ ਨਾ ਪਵੇ। ਸਿਮਰ ਸਿਮਰ ਹਰ ਕਾਰਨ ਕਰਨਾ, ਸੰਸਾਰੀ ਕੰਮ ਕਰਦਿਆਂ ਮੁੱਖ ਦੇ ਵਿੱਚੋਂ ਸਵਾਸ ਗ੍ਰਾਸ ਗੁਰਮੰਤਰ ਵਾਹਿਗੁਰੂ ਨਿਕਲਦਾ ਰਹੇ। ਕਿਉਂਕਿ ਜੇ ਮਾਇਆ ਦੇ ਵਿੱਚ ਖੇਡ ਖੇਡਦਿਆਂ ਖੇਡਦਿਆਂ, ਕਰਮ ਕਰਦਿਆਂ, ਪਰਿਵਾਰ ਨਾਲ ਵਰਤਦਿਆਂ, ਜੇ ਕਿਤੇ ਇਹਨਾਂ ਦੇ ਨਾਲ ਪਿਆਰ ਪੈ ਗਿਆ, ਇਹਨਾਂ ਦੇ ਵਿੱਚ ਧਿਆਨ ਰਹਿ ਗਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਿਆਨ ਦੀ ਖੇਡ ਹੈ। ਜੇ ਸੰਸਾਰ ਦੇ ਨਾਲ ਧਿਆਨ ਦਾ ਪਿਆਰ ਪੈ ਗਿਆ, ਦੁਬਾਰਾ ਫਿਰ ਜੂਨਾਂ ਦੇ ਵਿੱਚ ਆਉਣਾ ਪੈਂਦਾ। ਔਰ ਜੇ ਕਰਮ ਕਰਦਿਆਂ ਕਰਦਿਆਂ ਸ਼ਬਦ ਦੇ ਨਾਲ ਪ੍ਰੇਮ ਪੈ ਗਿਆ, ਸੱਚ ਦੇ ਨਾਲ ਪ੍ਰੇਮ ਪੈ ਗਿਆ, ਤੇ ਫਿਰ ਮਹਾਰਾਜ ਕਹਿੰਦੇ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤਿਆ ਹੈ ਸੰਤ, ਅੰਤ ਲਹੈਂਗੇ ਮੁਕਤ ਫਲ ਪਾਵੇਂਗੇ ਭਗਵੰਤ। ਫਿਰ ਤੇਰੀ ਇੱਥੋਂ ਮੁਕਤੀ ਹੈ। ਕਰਮ ਕਰੋ ਜਿੰਨਾ ਮਰਜ਼ੀ ਕਰੋ, ਪਰ ਗੁਰੂ ਦੇ ਭਾਣੇ ਵਿੱਚ ਰਹਿ ਕੇ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਮੱਤ ਦੁਆਰਾ ਕਰਨਾ ਹੈ, ਤਾਂ ਕਿ ਕੋਈ ਪਤਾ ਨਹੀਂ ਕਦੋਂ ਸਵਾਸਾਂ ਦਾ ਧਨ ਖਤਮ ਹੋ ਜਾਵੇ, ਕਦੋਂ ਸਾਨੂੰ ਉਸ ਮਾਲਕ ਨੇ ਇਸ ਜੋਤ ਸਰੂਪੀ ਮਨ ਨੂੰ ਸਰੀਰ ਦੇ ਵਿੱਚੋਂ ਆਵਾਜ਼ ਮਾਰ ਲੈਣੀ ਹੈ, ਵਾਪਸ ਬੁਲਾ ਲੈਣਾ।
ਪਰ ਜਿਹੜੇ ਸ਼ਬਦ ਦੁਆਰਾ ਜਾਗਦੇ ਹੈ, ਸਿਮਰਨ ਕਰਦੇ ਹੈ, ਗੁਰੂ ਦੀ ਮੱਤ ਲੈ ਕੇ ਚੱਲਦੇ ਹੈ, ਉਹ ਜਿਉਂ ਹੀ ਮਾਲਕ ਦੀ ਆਵਾਜ਼ ਆਉਂਦੀ ਹੈ, ਜਿਉਂ ਹੀ ਸਵਾਸਾਂ ਦਾ ਧਿਆਨ, ਸਵਾਸਾਂ ਦਾ ਧਨ ਖਤਮ ਹੁੰਦਾ ਹੈ, ਉਹ ਨਾਰਾਇਣ ਦੇ ਵਿੱਚ ਧਿਆਨ ਕਰ ਲੈਂਦੇ ਆ, ਮਾਲਕ ਦੇ ਵਿੱਚ ਧਿਆਨ ਕਰ ਲੈਂਦੇ ਆ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੇਜੇ ਮਰੈ, ਬਦਤ ਲੋਚਨ ਤੇ ਨਰਮੁਕਤਾ ਪਿਤੰਬਰ ਵਾ ਕੇ ਹਿਰਦੇ ਵਸੈ। ਹੁਣ ਧਿਆਨ ਸਾਡਾ ਮਾਇਆ ਨੇ ਖਿੱਚਿਆ ਹੋਇਆ, ਸਾਡੇ ਵਪਾਰ ਨੇ ਖਿੱਚਿਆ, ਸਾਡੇ ਪਰਿਵਾਰ ਨੇ ਖਿੱਚਿਆ, ਕਾਮ ਕਰੋ ਲੋਭ ਹੰਕਾਰ ਨੇ ਸਾਰਾ ਦਿਨ ਧਿਆਨ ਨੂੰ ਵਸ ਕੀਤਾ ਹੋਇਆ। ਤਾਂ ਹੀ ਗੁਰੂ ਘਰ ਦੇ ਵਿੱਚ ਆ ਜਾਂਦੇ ਹੋ, ਇੱਥੇ ਬੈਠ ਕੇ ਫੁਰਨੇ ਚੱਲਦੇ ਆ, ਬਾਣੀ ਪੜ੍ਹਨ ਲੱਗ ਜਾਂਦੇ ਹੋ ਤਾਂ ਫੁਰਨੇ ਚੱਲਦੇ ਆ, ਸਿਮਰਨ ਕਰਨ ਲੱਗਦੇ ਹੋ ਤਾਂ ਫੁਰਨੇ ਚੱਲਦੇ ਆ। ਫੁਰਨੇ ਤਾਂ ਚੱਲੀ ਜਾਂਦੇ ਆ, ਫਿਰ ਬਾਣੀ ਕੌਣ ਸੁਣਦਾ ਪਿਆ? ਕੋਈ ਵੀ ਨਹੀਂ ਸੁਣਦਾ ਪਿਆ। ਸਾਡੇ ਮੁਖ ਤੋਂ ਸਾਡੇ ਕੰਨਾਂ ਦੀ ਕਿੰਨੀ ਕੁ ਦੂਰੀ ਹੈ? ਤੇ ਦੇਖੋ, ਆਪ ਦੇ ਮੁਖ ਦੀ ਆਵਾਜ਼ ਹੀ ਆਪ ਦੇ ਕੰਨਾਂ ਦੇ ਵਿੱਚ ਨਹੀਂ ਪੈਂਦੀ, ਦੂਜੇ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਮੁੱਖੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਮੁੱਖੋਂ ਅਸੀਂ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਪੜ੍ਹਦੇ ਹਾਂ, ਪਰ ਆਵਾਜ਼ ਜਾਂਦੀ ਨਹੀਂ ਕੰਨਾਂ ਤੱਕ। ਕਿਉਂ? ਸਰਵਣ ਸੋਏ ਸੁਣ ਨਿੰਦ ਵਿਚਾਰ, ਸਰਵਣ ਸੁੱਤੇ ਪਏ ਆ। ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਜਿਹੜਾ ਇਸ ਗ੍ਰਹਿ ਦੇ ਵਿੱਚ ਜਾਗ ਰਿਹਾ ਹੈ, ਸਤਿਗੁਰ ਹੈ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਉਹਦਾ ਭੇਤ ਨਹੀਂ। ਹੁਣ ਮਹਾਰਾਜ ਕਹਿੰਦੇ ਮਾਇਆ ਦੇ ਵਿੱਚ ਖੇਡਦਿਆਂ ਖੇਡਦਿਆਂ, ਸੰਸਾਰੀ ਕਰਮ ਕਰਦਿਆਂ ਕਰਦਿਆਂ, ਇਹਨੇ ਸਾਡੇ ਮਨ ਨੂੰ ਸਵਾ ਲਿਆ ਆ। ਇੰਨਾ ਸਵਾ ਲਿਆ, ਤੁਸੀਂ ਗੁਰੂ ਘਰ ਆ ਜਾਓ ਤਾਂ ਵਿਚਾਰ, ਸਿਮਰਨ ਕਰ ਲਓ ਤਾਂ ਵਿਚਾਰ, ਬਾਣੀ ਪੜ੍ਹ ਲਓ ਤਾਂ ਵਿਚਾਰ, ਇਕਾਗਰਤਾ ਨਹੀਂ ਹੈ ਮਨ 'ਚ। ਤੇ ਇਹੀ ਵਿਚਾਰਾਂ ਵਿੱਚ ਧਿਆਨ ਹੋਣ ਕਰਕੇ ਇਹੀ ਵਿਚਾਰ ਸਾਡੀ ਜੂਨਾਂ ਦਾ ਕਾਰਨ ਬਣਦੇ ਆ। ਤਾਂ ਹੀ ਮਹਾਰਾਜ ਨੇ ਕਿਹਾ ਵਿਚਾਰਾਂ ਨੂੰ ਮਾਰੋ, ਸ਼ਬਦ ਦੁਆਰਾ ਇਹਨਾਂ ਨੂੰ ਖਤਮ ਕਰ ਲਓ। ਵਿਚਾਰ ਮਾਰੈ ਤਰੈ ਤਾਰੈ, ਉਲਟ ਜੋਣ ਨਾ ਆਵੇ। ਜੇ ਫੁਰਨਿਆਂ ਦਾ ਇਲਾਜ ਨਾ ਕਰੋਗੇ, ਤੁਹਾਡਾ ਮਨ ਜਿਹੜਾ ਹੈ ਬਿਖਰਾਵ ਦੇ ਵਿੱਚ ਰਹੇਗਾ। ਹੁਣ ਤੁਸੀਂ ਯਾਦ ਗੁਰੂ ਨੂੰ ਕਰਨਾ ਚਾਹੁੰਦੇ ਹੋ, ਸਿਮਰਨ ਕਰਨਾ ਚਾਹੁੰਦੇ ਹੋ, ਪਰ ਜਿਹੜਾ ਮਨ ਹੈ ਉਹ ਮੈਲਾ ਹੋਣ ਕਰਕੇ, ਪੰਜਾਂ ਦੂਤਾਂ ਦੇ ਵਸ ਹੋਣ ਕਰਕੇ, ਉਹ ਯਾਦ ਇਸ ਨੂੰ ਕੁਛ ਹੋਰ ਕਰਾਉਂਦੇ ਆ। ਤਾਂ ਹੀ ਤਾਂ ਕਹਿੰਦੇ ਤੈਨੂੰ ਹੰਕਾਰ ਹੈ। ਜੇ ਗੁਰੂ ਦੇ ਸ਼ਬਦ ਦਾ ਧਿਆਨ ਧਰੇ, ਗੁਰੂ ਦੇ ਸ਼ਬਦ ਦਾ ਧਿਆਨ ਧਰ ਕੇ ਸਿੱਖ ਜਾਵੇਂ ਸ਼ਬਦ ਕਿਵੇਂ ਜਪਣਾ ਹੈ, ਤਾਂ ਤੇਰੀ ਸਾਰੀ ਮਨ ਦੀ ਮੈਲ ਉਤਰ ਜਾਏਗੀ। ਹੁਣ ਤੂੰ ਕਹਿੰਦਾ ਕਿ ਮੇਰਾ ਮਨ ਮੈਲਾ ਹੈ ਜੀ, ਟਿੱਕੇ ਨਹੀਂ ਬੈਠਦਾ, ਤਾਂ ਮਹਾਰਾਜ ਤਾਂ ਸੱਚੇ ਪਾਤਸ਼ਾਹ ਕਹਿੰਦੇ ਆ ਜੇ ਮੈਲਾ ਹੈ ਤਾਂ ਮੈਲ ਉਤਾਰ ਲਓ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਨਾਮ ਦੀ ਰੰਗਤ ਨਾਲ ਮੈਲ ਉਤਾਰੋ, ਪਰ ਨਾਮ ਜਪਣ ਦੀ ਵਿਧੀ ਹੋਵੇਗੀ, ਫਿਰ ਮੈਲ ਉਤਰਦੀ ਹੈ। ਬਿਨਾਂ ਵਿਧੀ ਤੋਂ ਕੀਤੀ ਗਈ ਸੇਵਾ, ਬਿਨਾਂ ਵਿਧੀ ਤੋਂ ਜਪਿਆ ਗਿਆ ਨਾਮ, ਬਿਨਾਂ ਵਿਧੀ ਤੋਂ ਪੜ੍ਹੀ ਗਈ ਬਾਣੀ ਸਾਡੇ ਮਨ ਨੂੰ ਫਲ ਨਹੀਂ ਦਿੰਦੀ। ਹੁਣ ਨਾਮ ਜਪਣ ਦੀ ਕੀ ਵਿਧੀ ਹੈ? ਤੇ ਮਹਾਰਾਜ ਕਹਿੰਦੇ ਆ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਮੁਖ ਦੇ ਵਿੱਚੋਂ ਗੁਰਮੰਤਰ ਬੋਲਣਾ ਹੈ ਅਤੇ ਬੋਲੀ ਹੋਈ ਆਵਾਜ਼ ਨੂੰ, ਧੁਨ ਨੂੰ ਆਪ ਦੇ ਕੰਨਾਂ ਦੇ ਨਾਲ ਸੁਣਨਾ ਹੈ। ਇਕਾਗਰਤਾ ਮੁਖ ਦੀ ਆਵਾਜ਼ ਵਿੱਚ ਰੱਖਣੀ ਹੈ। ਹੁਣ ਆਪਾਂ ਮੁਖੋਂ ਤਾਂ ਸ਼ਬਦ ਬੋਲਦੇ ਹਾਂ, ਪਰ ਧਿਆਨ ਕਿਤੇ ਹੋਰ ਲੈ ਜਾਂਦੇ ਹਾਂ। ਅੰਤਰ ਗੁਰ ਅਰਾਧਨਾ ਜਿਹਵਾ, ਜਪ ਗੁਰ ਨਾਉ ਨੇਤਰੀ, ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ। ਮੁਖ ਦੀ ਆਵਾਜ਼ ਵਿੱਚ ਧਿਆਨ ਰੱਖਣਾ। ਔਰ ਜਦੋਂ ਧਿਆਨ ਨਾ ਲੱਗੇ ਤਾਂ ਫਿਰ ਕਹਿੰਦੇ ਜਹ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਉੱਚੀ ਆਵਾਜ਼ ਦੇ ਵਿੱਚ ਸਿਮਰਨਾ। ਕਿਉਂ ਸਿਮਰਨਾ ਹੈ? ਉੱਥੇ ਲੋਕ ਲੱਜਾ ਹਉਮੈ ਨਹੀਂ ਮੰਨਣੀ ਵੀ ਮੈਂ ਉੱਚੀ ਸਿਮਰਨ ਕਰਦਾ, ਮੈਨੂੰ ਸ਼ਰਮ ਆਉਂਦੀ ਹੈ, ਲੋਕ ਕੀ ਕਹਿਣਗੇ, ਪਰਿਵਾਰ ਕੀ ਕਹੇਗਾ। ਕਹਿੰਦੇ ਤੂੰ ਆਪ ਦੇ ਆਪ ਨੂੰ ਜਮਾਂ ਤੋਂ ਛਡਾ ਲੈ, ਦੂਜਿਆਂ ਦੀ ਫਿਕਰ ਨਾ ਕਰ। ਉੱਚੀ ਉੱਚੀ ਜਦੋਂ ਗੁਰਮੁਖ ਅਭਿਆਸ ਕਰਦੇ ਹੈ ਸਿਮਰਨ ਦਾ, ਗੁਰਬਾਣੀ ਨੂੰ ਉੱਚੀ ਉੱਚੀ ਵਿਚਾਰ ਵਿਚਾਰ ਕੇ ਪੜ੍ਹਦੇ ਆ ਕਿ ਗੁਰਬਾਣੀ ਗੁਰੂ ਸਾਨੂੰ ਕਹਿਣਾ ਕੀ ਚਾਹ ਰਹੇ ਆ, ਇਹ ਜੰਮ ਫਿਰ ਪਿੱਛੇ ਹਟਦੇ ਆ। ਹੁਣ ਜੇ ਆਪਾਂ ਗੁਰਬਾਣੀ ਗੁਰੂ ਦੀਆਂ ਸੁਖਣਾ ਹੀ ਸੁਖੀ ਜਾਈਏ ਵੀ ਮੈਂ ਤਾਂ ਇੰਨੇ ਪਾਠ ਕਰਨੇ ਆ,
ਮੈਂ ਤਾਂ ਇੰਨੇ ਘੰਟੇ ਪੜ੍ਹਨਾ ਹੈ, ਪਰ ਉਹਦੇ ਵਿੱਚ ਵਿਚਾਰੀਏ ਨਾ ਕਿ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਕੀ ਹੈ। ਤੇ ਜੇ ਬਾਣੀ ਪੜ੍ਹਨੀ ਹੈ, ਗੁਰਬਾਣੀ ਗੁਰੂ ਦੇ ਪਾਠ ਕਰਨੇ ਹੈ, ਪਰ ਮਨ ਦੇ ਵਿੱਚ ਫਿਰ ਕੋਈ ਨਾ ਕੋਈ ਵਾਸ਼ਨਾ ਲੈ ਕੇ ਪਾਠ ਕਰਨਾ। ਮੇਰਾ ਆਹ ਕਰਮ ਪੂਰਾ ਹੋ ਜਾਏ, ਮੇਰੀ ਆਹ ਖੇਡ ਪੂਰੀ ਹੋ ਜਾਏ, ਮੇਰੀ ਆਹ ਜਿਹੜੀ ਜ਼ਰੂਰਤ ਪੂਰੀ ਹੋ ਜਾਏ। ਉਹ ਬਾਣੀ ਪੜ੍ਹ ਕੇ ਵੀ ਸਾਡਾ ਮਨ ਜਿਹੜਾ ਹੈ ਮਾਇਆ ਧਾਰੀ ਰਿਹਾ। ਕਿਉਂਕਿ ਅਸੀਂ ਕਿਉਂ ਪੜ੍ਹਦੇ ਹਾਂ? ਮਾਇਆ ਦਾ ਕੋਈ ਨਾ ਕੋਈ ਮਨ ਦੇ ਵਿੱਚ ਵਿਚਾਰ ਵਸਾਇਆ, ਮਾਇਆ ਤੋਂ ਅਤੀਤ ਨਹੀਂ ਹੋਇਆ। ਅਸੀਂ ਬਾਣੀ ਨੂੰ ਇੱਕ ਐਸੀ ਤਾਕਤ ਮੰਨ ਲਿਆ ਵੀ ਇਹਦੇ ਨਾਲ ਮਨ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ, ਪਰ ਜੀਵਨ ਦਾ ਲਾਹਾ ਨਹੀਂ ਖੱਟਿਆ। ਤੇ ਮਹਾਰਾਜ ਕਹਿੰਦੇ ਆ ਵੀ ਜਦੋਂ ਤੁਸੀਂ ਬਾਣੀ ਪੜ੍ਹੋਗੇ, ਸਿਮਰਨ ਕਰੋਗੇ, ਤੁਹਾਨੂੰ ਮੰਗਣ ਦੀ ਵੀ ਲੋੜ ਨਹੀਂ ਪੈਂਦੀ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ। ਸਾਨੂੰ ਕਹਿੰਦੇ ਸਦਾ ਨਾਲ ਰਹਿ, ਸਦਾ ਨਾਲ ਰਹਿਣ ਦੀ ਜੁਗਤੀ ਸਿੱਖ। ਗੁਰਬਾਣੀ ਦੇ ਵਿੱਚ ਗਿਆਨ ਦੇ ਉਦਾਹਰਣ ਦਿੱਤੀਆਂ, ਗਿਆਨ ਦੇ ਸ਼ਸਤਰ ਹੈ। ਜਦੋਂ ਬੜੇ ਸਹਿਜ ਨਾਲ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਫਿਰ ਗੁਰਬਾਣੀ ਗੁਰੂ ਸਾਨੂੰ ਦੱਸਦੇ ਆ ਵੀ ਸਦਾ ਨਾਲ ਕਿਵੇਂ ਰਹਿਣਾ। ਅਸੀਂ ਇਹ ਹੁਣ ਖੋਜਾਂਗੇ ਵੀ ਅਸੀਂ ਕੰਮਕਾਰ ਕਰਦੇ ਹਾਂ ਕਿਵੇਂ ਰੱਬ ਦੇ ਨਾਲ ਰਹੀਏ, ਤਾਂ ਉਹਦਾ ਵੀ ਗੁਰਬਾਣੀ ਵਿੱਚ ਜਵਾਬ ਹੈ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਅਸੀਂ ਪੁੱਛੀਏ ਮਹਾਰਾਜ ਨੂੰ ਵੀ ਕੰਮਕਾਰ ਕਰਦੇ ਹਾਂ ਤਾਂ ਅਸੀਂ ਸਿਮਰਨ ਕਰ ਲੈਂਦੇ ਹਾਂ, ਜਦੋਂ ਇੱਕ ਚਿੱਤ ਹੋ ਕੇ ਬੈਠ ਕੇ ਕਰਨਾ ਹੈ ਉਦੋਂ ਕਿਵੇਂ ਕਰਨਾ ਹੈ? ਉਹਦਾ ਵੀ ਜਵਾਬ ਹੈ ਗੁਰਬਾਣੀ 'ਚ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਮੁਖ ਦੁਆਰਾ ਜਪੋ, ਕੰਨਾਂ ਨੂੰ ਸੁਣਾਓ, ਪੇਖਨ ਸੁਨਨ ਸੁਨਾਵਣੋ, ਮਨ ਮੈਂ ਦ੍ਰਿੜੀਐ ਸਾਚ ਪੂਰ ਰਹਿਓ, ਸਰਬਤਰ ਮੈਂ ਨਾਨਕ ਹਰ ਰੰਗ। ਸਾਰੀ ਵਿਧੀਆਂ ਦੱਸੀਆਂ ਗੁਰਬਾਣੀ ਵਿੱਚ। ਪਰ ਜੇ ਹੁਣ ਆਪਾਂ ਗੁਰਬਾਣੀ ਨੂੰ ਪੜ੍ਹੀ ਇਸ ਕਰਕੇ ਰਹੇ ਹਾਂ ਕਿ ਮੇਰਾ ਵੀਜ਼ਾ ਲੱਗ ਜਾਏ, ਮੇਰੀ ਦੁਨਿਆਵੀ ਦੇਹੀ ਠੀਕ ਹੋ ਜਾਏ, ਮੇਰਾ ਆਹ ਕਰਮ ਪੂਰਾ ਹੋ ਜਾਏ, ਫਿਰ ਗੁਰਬਾਣੀ ਖੋਜਣ ਪਾਸੇ ਧਿਆਨ ਨਹੀਂ ਜਾਏਗਾ। ਸਾਡਾ ਇਹ ਹੋਵੇਗਾ ਵੀ ਜਿੰਨੇ ਪਾਠ ਸੁੱਖੇ ਆ ਪਹਿਲਾਂ ਸੁੱਖਣਾ ਪੂਰੀ ਕਰੀਏ, ਕੰਮ ਹੋਵੇ ਖੋਜ ਫੇਰ ਕਰ ਲਾਂਗੇ। ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਗੁਰੂ ਦੇ ਗਿਆਨ ਤੋਂ ਅਧੂਰੇ। ਇਸ ਕਰਕੇ ਮਹਾਰਾਜ ਕਹਿੰਦੇ ਆ ਭੇਤ ਨਾ ਹੋਣ ਕਰਕੇ, ਸਵਾਸਾਂ ਦਾ ਭੇਤ ਨਹੀਂ ਹੈ, ਮਨ ਦਾ ਭੇਤ ਨਹੀਂ ਹੈ। ਮਾਲਕ ਤਾਂ ਸਹਿਜ ਸੁਭਾਏ ਰੋਜ਼ ਦਾ ਰੋਜ਼ ਦਿਨ ਸਮੇਂ ਕਰਮ ਕਰਾਉਂਦਾ ਹੈ, ਸ਼ਾਮ ਨੂੰ ਫਿਰ ਮੌਤ ਦੇ ਕੇ ਦਿਖਾਉਂਦਾ ਹੈ ਵੀ ਆਹ ਦੇਖ ਤੇਰਾ ਕੀ ਵਜੂਦ ਹੈ। ਇੱਕ ਦਿਨ ਦਾ ਧਨ ਤੂੰ ਸ਼ਾਮ ਨੂੰ ਜਦੋਂ ਸਰੀਰ ਛੱਡਦਾ ਹੈ, ਨੀਂਦ ਵਿੱਚ ਜਾਂਦਾ ਹੈ, ਆਪਦੇ ਨਾਲ ਲੈ ਜਾਇਆ ਕਰ। ਇੱਕ ਦਿਨ ਦਾ ਧਨ ਤੂੰ ਰਾਤ ਨੂੰ ਨਾਲ ਨਹੀਂ ਲਿਜਾ ਸਕਦਾ। ਇੱਕ ਦਿਨ ਦੇ ਵਿੱਚ ਜਿਹੜੇ ਤੂੰ ਸਾਰੇ ਰਿਸ਼ਤੇਦਾਰਾਂ ਦੇ ਨਾਲ ਵਰਤਿਆ, ਮਾਂ-ਬਾਪ ਨਾਲ ਵਰਤਿਆ, ਸ਼ਾਮ ਨੂੰ ਤੈਨੂੰ ਉਹ ਭੁੱਲ ਜਾਂਦੇ ਆ ਵੀ ਕੌਣ ਸੀ ਉਹ। ਏਕ ਰਹਿਣ ਕੇ ਪਹੁਣ ਤੁਮ ਆਏ, ਪਰ ਮਹਾਰਾਜ ਕਹਿੰਦੇ ਭੇਤ ਨਾ ਹੋਣ ਕਰਕੇ ਬਹੁਤ ਯੁੱਗ ਆਸ ਵਧਾਏ। ਕਈ ਯੁੱਗ ਹੋ ਗਏ, ਕਿੰਨੇ ਕੁ ਮਾਂ-ਬਾਪ ਤੈਨੂੰ ਮਿਲੇ ਆ। ਕਤ ਕੀ ਮਾਈ ਬਾਪ ਕਤ ਕੇਰਾ, ਕਿਤੂ ਥਾਵੋ ਹਮ ਆਏ। ਕਿੰਨਾ ਤੈਨੂੰ ਪਰਿਵਾਰ ਮਿਲਿਆ, ਕਿੰਨਾ ਤੈਨੂੰ ਰਿਸ਼ਤੇਦਾਰ ਭੈਣ ਭਾਈ ਮਿਲੇ ਆ, ਪਰ ਫਿਰ ਵੀ ਗਰਭ ਵੱਡੋ ਮੂਲ ਇਤਨੋ ਰਹਿਣ ਨਹੀਂ, ਗਹੁ ਕਿਤਨੋ ਰਹਿਣਾ ਵੀ ਨਹੀਂ। ਪਰ ਕਿੰਨੀ ਖਿੱਚ ਦੇ ਨਾਲ ਇੱਥੇ ਸੰਸਾਰ ਦੇ ਵਿੱਚ ਨੇ ਪ੍ਰੇਮ ਪਾਇਆ ਹੋਇਆ ਹੈ। ਅੱਗੇ ਬਚਨ ਕਰਦੇ ਆ, ਬੇਵਰਜਤ ਵੇਦ ਸੰਤਨਾ ਵਾਹੂ ਸਿਰੇ ਹਿਤਨੋ। ਬਚਨ ਕਰਦੇ ਆ ਜਿਸ ਗੱਲ ਤੋਂ ਤੈਨੂੰ ਸੰਤ ਰੋਕਦੇ ਪਏ ਆ। ਇਸ ਮਾਇਆ ਨੂੰ ਸੰਤ ਕਹਿੰਦੇ ਆ ਇਹ ਇੰਨੀ ਭੂੰਡੀ ਕਾਮਣਹਾਰ ਹੈ, ਇਹ ਇੰਨੀ ਭੈੜੀ ਹੈ, ਇਹ ਆਪ ਦਾ ਭੇਤ ਨਹੀਂ ਆਉਣ ਦਿੰਦੀ। ਵੇਦ ਸ਼ਾਸਤਰ ਜਿਹਦੇ ਵਿੱਚ ਗੁਰਮੁਖਾਂ ਨੇ ਮਾਲਕ ਦੀ ਗਾਥਾ ਲਿਖੀ, ਉਹ ਵੇਦ, ਉਹ ਗ੍ਰੰਥ, ਉਹ ਸੰਤ ਜਿਨ੍ਹਾਂ ਨੇ ਇਸ ਮਾਇਆ ਨੂੰ ਜਿੱਤਿਆ, ਉਹ ਦਿਨ ਰਾਤ ਦੇਖ ਲੈ ਤੈਨੂੰ ਭੇਤ ਦੇ ਰਹੇ ਆ ਬਈ ਇਸ ਮਾਇਆ ਦੇ ਚੱਕਰਾਂ ਵਿੱਚ ਨਾ ਪੈ। ਹੁਣ ਦੇਖੋ ਆਪਾਂ ਗੁਰੂ ਘਰ ਦੇ ਵਿੱਚ ਬੈਠ ਕੇ ਗੱਲ ਸੁਣ ਰਹੇ ਹਾਂ ਮਾਇਆ ਦੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਬੇਵਰਜਤ ਵੇਦ ਸੰਤਨ ਉਆਹੂ ਸਿਉਰੇ ਹਿਤ ਨੂੰ। ਵਾਰ-ਵਾਰ ਸੰਤਾਂ ਦੇ ਕਹਿਣ ਤੇ ਵੀ, ਗੁਰਸਿੱਖਾਂ ਦੇ ਕਹਿਣ ਤੇ ਵੀ, ਵੇਦ ਦੇ ਕਹਿਣ ਤੇ ਵੀ ਤੂੰ ਫਿਰ ਕਿੰਨਾ
ਇਸ ਮਾਇਆ ਦੇ ਨਾਲ ਫਿਰ ਪ੍ਰੇਮ ਪਾ ਲੈਣਾ, ਫਿਰ ਤੈਨੂੰ ਕੌਣ ਬਚਾਏਗਾ। ਦੁਨਿਆਵੀ ਜੀਵਾਂ ਨੇ ਸਾਨੂੰ ਮਾਇਆ ਦਾ ਭੇਤ ਨਹੀਂ ਦੇਣਾ ਹੁੰਦਾ, ਲੋਕ ਪਰਲੋਕ ਦਾ ਭੇਤ ਸਾਨੂੰ ਸੰਸਾਰ ਨਹੀਂ ਦਿੰਦਾ। ਸੰਸਾਰ ਤਾਂ ਇਹ ਕਹਿੰਦਾ ਹੈ ਜੋ ਦਿਲ ਆਉਂਦਾ ਕਰਮ ਕਰੀ ਚੱਲੋ, ਸਭ ਇੱਥੇ ਹੀ ਹੈ ਜੀ। ਕਿੰਨੇ ਨਰਕ ਸਵਰਗ ਦੇਖਿਆ, ਕਿੰਨੇ ਅੱਗਾ ਦੇਖਿਆ, ਸੰਸਾਰ ਤਾਂ ਇਹ ਕਹਿੰਦਾ। ਸੰਸਾਰ ਤਾਂ ਕਹਿੰਦਾ ਕਿੰਨੇ ਅੱਗੋਂ ਆ ਕੇ ਦੱਸਿਆ ਵੀ ਉੱਥੇ ਆ ਹੈ, ਮਰਿਆ ਕੋ ਵਾਪਸ ਨਹੀਂ ਆਇਆ, ਜਿਉਂਦਿਆ ਕੋਈ ਉੱਥੇ ਨਹੀਂ ਗਿਆ, ਕਰੀ ਚੱਲੋ, ਸਭ ਇੱਥੇ ਹੀ ਹੈ ਜੀ ਨਰਕ ਸਵਰਗ। ਫਿਰ ਜਿਨ੍ਹਾਂ ਨੇ ਅੱਗੋਂ ਦੇਖਿਆ ਉਹ 1430 ਅੰਗਾਂ ਦੇ ਵਿੱਚ ਬੈਠੇ ਆ, ਤੂੰ ਉੱਧਰ ਜਾ ਕੇ ਉਹਨਾਂ ਨੂੰ ਪੁੱਛ। ਜਿਨ੍ਹਾਂ ਨੇ ਦੇਖਿਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਿਰਾਜਮਾਨ ਨੇ, ਉਹਨਾਂ ਦੱਸਿਆ ਵੀ ਹੈ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆਂ ਤਿਉ ਮਥੈ ਧਰਮ ਰਾਏ। ਉਹਨਾਂ ਨੇ ਦੇਖਿਆ ਤਿਤ ਸਰਵਰੜੇ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀਲੇ, ਮਨ ਏਕ ਨਾ ਚੇਤਸ ਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ। ਗੁਰੂ ਨਾਨਕ ਸਾਹਿਬ ਨੇ ਦੇਖਿਆ, ਉਹਨਾਂ ਨੂੰ ਪੁੱਛ। ਸੁਣੀ ਸੁਣਾਈ ਗੱਲ ਨਾ ਕਰੀ, ਆਪ ਖੋਜ ਕੇ ਸਹਿਜ ਪਾਠ ਕਰ। ਗੁਰਬਾਣੀ ਗੁਰੂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਬਚਨ ਖੋਜ, ਪੜ੍ਹ ਕੇ ਦੇਖ। ਕਿਉਂਕਿ ਮੇਰੇ ਵਰਗਾ ਤਾਂ ਹੋ ਸਕਦਾ ਆਪਦੀ ਸ਼ੋਹਰਤ ਦੇ ਲਈ ਤੈਨੂੰ ਕੋਈ ਇਹੋ ਜਿਹਾ ਗਿਆਨ ਦੇ ਦੇਵੇ, ਪਰ ਆਪ ਖੋਜ ਕੇ ਦੇਖੋ। ਇਸ ਕਰਕੇ ਕਿਹਾ ਬਾਣੀ ਨੂੰ ਨਿੱਤ ਪੜ੍ਹੋ, ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ, ਰੋਜ਼ ਪੜ੍ਹੋ। ਫਿਰ ਜਦੋਂ ਪੜ੍ਹੋਗੇ, ਕਬੀਰ ਸਾਹਿਬ ਦੱਸਦੇ ਆ ਪਰਲੋਕ ਵਿੱਚ ਕੀ ਹੈ, ਜਿੱਥੇ ਅਵਗਟ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਕਿਵੇਂ ਭੀੜੀਆਂ ਗਲੀਆਂ ਹੈ, ਕਿਵੇਂ ਕਰੜਾ ਧਰਮਰਾਜ ਬੈਠਾ ਹੈ, ਕਿਵੇਂ ਮਨ ਦਾ ਹਿਸਾਬ ਹੁੰਦਾ ਹੈ, ਕਿਵੇਂ ਜੂਨਾਂ ਮਿਲਦੀਆਂ ਹੈ, ਕਿਵੇਂ ਸਾਰੀ ਉਮਰ ਜਿਹੜਾ ਲక్ష్ਮੀ ਨੂੰ ਸਿਮਰਦਾ ਸਰਪ ਜੋਨ 'ਚ ਜਾਂਦਾ ਹੈ, ਘਰ ਮੰਦਰ ਨੂੰ ਸਿਮਰਦਾ ਹੈ ਪ੍ਰੇਤ ਜੋਨ ਵਿੱਚ ਜਾਂਦਾ ਹੈ, ਬੱਚਿਆਂ ਨੂੰ ਸਿਮਰਦਾ ਹੈ ਸੂਰ ਦੀ ਜੋਨ ਵਿੱਚ ਜਾਂਦਾ ਹੈ। ਕਿਸ ਤਰ੍ਹਾਂ ਅਸੀਂ ਜੂਨਾਂ ਦੇ ਵਿੱਚੋਂ ਇੱਥੋਂ ਤੱਕ ਪਹੁੰਚੇ ਹਾਂ, ਉਹ ਸਾਰਾ ਇੱਥੇ ਇਹਦੇ ਵਿੱਚ ਭੇਤ ਹੈ। ਤੇ ਮਹਾਰਾਜ ਕਹਿੰਦੇ ਸੰਤ ਇੰਨਾ ਭੇਤ ਦੇ ਰਹੇ ਆ, ਵੇਦ ਇੰਨਾ ਭੇਤ ਦੇ ਰਹੇ ਆ, ਬੇਵਰਜਤ ਵੇਦ ਸੰਤ ਨਾ ਆਹੂ ਸਿਰੇ ਹਿਤ ਨੂੰ, ਫਿਰ ਵੀ ਤੇਰੇ ਸਮਝ ਨਹੀਂ ਆਉਂਦੀ। ਹਾਰ ਜੁਆਰ ਜੂਆ ਵਿਦੇ। ਮਹਾਰਾਜ ਫਿਰ ਕਹਿੰਦੇ ਇਸ ਤਰ੍ਹਾਂ ਆਪ ਦੇ ਜੀਵਨ ਨੂੰ ਤੂੰ ਹਾਰ ਰਿਹਾ, ਜਿਵੇਂ ਇੱਕ ਜੁਆਰੀ ਦੇ ਮਨ ਵਿੱਚ ਆਸ ਹੈ ਵੀ ਹੁਣ ਵੀ ਮੈਂ ਜਿੱਤ ਜਾਵਾਂਗਾ, ਹੁਣ ਵੀ ਮੈਂ ਜਿੱਤ ਜਾਵਾਂਗਾ, ਹੁਣ ਵੀ ਮੈਂ ਜਿੱਤ ਜਾਵਾਂਗਾ, ਪਰ ਉਹ ਹਾਰਦਾ ਪਿਆ। ਹਾਰ ਜੁਆਰ ਜੂਆ ਵਿਦੈ, ਇੰਦਰੀ ਵਸ ਲੈ ਜਿਤਨੋਂ। ਇਹ ਓਨੀ ਦੇਰ ਤੱਕ ਜੀਵਨ ਜਿੱਤਿਆ ਨਹੀਂ ਜਾਣਾ ਜਿੰਨੀ ਦੇਰ ਤੱਕ ਤੂੰ ਇਹਨਾਂ ਇੰਦਰੀਆਂ ਨੂੰ ਆਪ ਦੇ ਵਸ ਦੇ ਵਿੱਚ ਨਹੀਂ ਕਰਦਾ, ਇਹਨਾਂ ਪੰਜਾਂ ਦੂਤਾਂ ਨੂੰ ਮਾਰ ਕੇ ਇਹਨਾਂ ਨੂੰ ਵਸ ਨਹੀਂ ਕਰਦਾ। ਪੰਚ ਦੂਤ ਚਿਤਵੈ ਵਿਕਾਰਾ, ਮਾਇਆ ਮੋਕਾ ਇਹ ਪਸਾਰਾ। ਇਹ ਵਿਕਾਰ ਦਿੰਦੇ ਆ ਤੈਨੂੰ। ਪੰਚ ਦੂਤ ਤੁਧ ਵਸ ਕਿੰਨੇ, ਕਾਲ ਕੰਟਕ ਮਾਰਿਆ। ਇਹਨਾਂ ਵਿਕਾਰੀਆਂ ਨੂੰ ਤੂੰ ਖਤਮ ਕਰ। ਔਰ ਇਹ ਗੁਰਮੰਤਰ ਸ਼ਬਦ ਤੋਂ ਬਿਨਾਂ ਖਤਮ ਨਹੀਂ ਹੁੰਦੇ। ਇਹ ਜੋ ਵਾਹਿਗੁਰੂ ਮੰਤਰ ਸਾਨੂੰ ਦਿੱਤਾ ਹੋਇਆ ਹੈ, ਇਹ ਵਾਹਿਗੁਰੂ ਮੰਤਰ ਤਾਂ ਹੀ ਸਾਨੂੰ ਦਿੱਤਾ ਹੈ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦਰੜਾਇਆ, ਤਾਂ ਕਿ ਸਾਡਾ ਮਨ ਸ਼ਬਦ ਦੁਆਰਾ ਪੰਜਾਂ ਦੂਤਾਂ ਨੂੰ ਜਿੱਤ ਲਵੇ, ਤਾਂ ਕਿ ਸਾਡਾ ਮਨ ਇਹਨਾਂ ਦੂਤਾਂ ਦੀ ਚਾਲ ਨੂੰ ਸਮਝ ਜਾਵੇ। ਇਹ ਸ਼ਬਦ ਸਾਡੇ ਮਨ ਦੇ ਆਲੇ ਦੁਆਲੇ ਇੱਕ ਕਾਰ ਬਣਾਉਂਦਾ ਹੈ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ। ਸ਼ਬਦ ਦਾ ਜਦੋਂ ਅਭਿਆਸ ਕਰੀਏ ਤਾਂ ਇੱਕ ਐਸੀ ਰਾਮ ਦੀ ਕਾਰ ਬਣ ਜਾਂਦੀ ਹੈ, ਰੱਖਿਆ ਚੱਕਰ ਬਣ ਜਾਂਦਾ ਹੈ। ਇਹ ਪੰਜੇ ਦੂਤ ਸਾਡੇ ਉੱਪਰ ਫਿਰ ਜ਼ੋਰ ਨਹੀਂ ਪਾ ਸਕਦੇ। ਜਦੋਂ ਤਰੀਕੇ ਦੇ ਨਾਲ ਸ਼ਬਦ ਦਾ ਅਸੀਂ ਅਭਿਆਸ ਕਰਾਂਗੇ, ਮੁੱਖੋਂ ਬੋਲਿਆ, ਆਪ ਦੀ ਆਵਾਜ਼ ਨੂੰ ਆਪ ਸੁਣਿਆ, ਨੇਤਰ ਬੰਦ ਕਰ ਲੈ। ਕਿਉਂਕਿ ਸਾਡੇ ਸਰੀਰ ਦਾ, ਸਾਡੇ ਮਨ ਦੀ ਜਿਹੜਾ ਧਿਆਨ ਹੈ, ਸੁਰਤੀ ਹੈ, ਉਹ 50% ਸਾਡਾ ਧਿਆਨ ਜਿਹੜਾ ਹੈ ਉਹ ਅੱਖਾਂ ਦੇ ਰਾਹੀਂ ਬਾਹਰ ਜਾਂਦਾ ਹੈ। ਇੰਦਰੀ ਦਾ ਵਸ ਕਰਨ ਦਾ ਜੋ ਮਹਾਰਾਜ ਨੇ ਕਿਹਾ ਨਾ, ਜਿੰਨੀ ਦੇਰ ਤੱਕ ਤੂੰ ਇੰਦਰੀਆਂ ਨੂੰ ਵਸ ਨਹੀਂ ਕਰਦਾ, ਜੁਆਰੀ ਤਰ੍ਹਾਂ ਤੂੰ ਹਾਰਦਾ ਪਿਆ।
ਹੁਣ ਇੰਦਰੀਆਂ ਨੂੰ ਵਸ ਕਰਨ ਦੇ ਲਈ ਸਰੀਰ ਦਾ ਭੇਤ ਲੈਣਾ ਪਏਗਾ। ਤੇ ਮਹਾਰਾਜ ਕਹਿੰਦੇ ਜਿਹੜਾ ਸਾਡਾ 50% ਧਿਆਨ ਹੈ ਉਹ ਸਾਡੇ ਨੇਤਰਾਂ ਦੇ ਰਾਹੀਂ ਬਾਹਰ ਜਾਂਦਾ ਹੈ, ਬਾਕੀ ਸਾਡੇ ਹੱਥਾਂ ਰਾਹੀਂ, ਸਾਡੀਆਂ ਲੱਤਾਂ ਰਾਹੀਂ। ਇਸ ਕਰਕੇ ਜਦੋਂ ਅਸੀਂ ਸਿਮਰਨ ਕਰਨਾ ਹੈ, ਜਦੋਂ ਅਸੀਂ ਚੌਂਕੜਾ ਮਾਰ ਲੈਂਦੇ ਹਾਂ, ਹੱਥਾਂ ਨੂੰ ਜੋੜ ਲੈਂਦੇ ਹਾਂ ਤੇ ਨੇਤਰਾਂ ਨੂੰ ਬੰਦ ਕਰ ਲੈਂਦੇ ਹਾਂ, ਤਾਂ ਇੱਕ ਨਾਮ ਜਪਣ ਦੀ ਸਮਾਧ ਬਣ ਜਾਂਦੀ ਹੈ, ਬੈਠਣ ਦਾ ਤਰੀਕਾ ਬਣਦਾ ਹੈ। ਅਸੀਂ ਅੱਖਾਂ ਨੂੰ ਜੇ ਖੋਲ੍ਹ ਕੇ ਅਭਿਆਸ ਕਰਦੇ ਹਾਂ, ਮੁੱਖੋਂ ਅਸੀਂ ਵਾਹਿਗੁਰੂ 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 ਕਰ ਰਹੇ ਹਾਂ, ਧਿਆਨ ਸਾਡਾ ਫਿਰ ਖੱਬੇ ਸੱਜੇ ਉੱਪਰ ਨੀਚੇ ਜਾਂਦਾ ਹੈ, ਧਿਆਨ ਤਾਂ ਬਾਹਰ ਹੈ। ਧਿਆਨ ਨੂੰ ਹੀ ਤਾਂ ਗੁਰਮੰਤਰ ਸੁਣਾਉਣਾ ਹੈ, ਬੱਧਾ ਚੱਟੀ ਥੋੜ੍ਹੀ ਨਾ ਕਰਨੀ ਆ। ਜਦੋਂ ਅਸੀਂ ਅੱਖਾਂ ਬੰਦ ਕਰ ਲਈਆਂ, ਅੱਖਾਂ ਦੇ ਅੱਗੋਂ ਦਿਖਣਾ ਬੰਦ ਹੋ ਗਿਆ, ਹਨੇਰਾ ਹੋ ਗਿਆ, ਧਿਆਨ ਜਿਹੜਾ ਹੈ ਉਹ ਇੱਕ ਜਗ੍ਹਾ ਤੇ ਟਿਕ ਗਿਆ। ਉਸ ਤੋਂ ਬਾਅਦ ਅਸੀਂ ਚੌਂਕੜਾ ਲਾਇਆ, ਹੱਥ ਬੰਦ ਕੀਤੇ ਤੇ ਮੁੱਖੋਂ ਬੋਲਣਾ ਸ਼ੁਰੂ ਕੀਤਾ ਇਕਾਗਰ ਹੋ ਕੇ। ਤੇ ਫਿਰ ਜਦੋਂ ਅਸੀਂ ਇਸ ਤਰ੍ਹਾਂ ਇਕਾਗਰਤਾ ਦੇ ਨਾਲ ਨਾਮ ਨੂੰ ਬੋਲਾਂਗੇ, ਨਾਮ ਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਜਾਏਗੀ, ਤੇ ਫਿਰ ਉਸ ਵਕਤ ਸਾਡੀ ਇਕਾਗਰਤਾ ਬਣਦੀ ਆ। ਇਕਾਗਰਤਾ ਬਣਦੀ ਜਾਂਦੀ ਹੈ ਤੇ ਫਿਰ ਮਹਾਰਾਜ ਕਹਿੰਦੇ ਜਿੰਦੀ ਇਕਾਗਰਤਾ ਬਣਦੀ ਹੈ ਉਹਦੀ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਫਿਰ ਜਿਹੜੇ ਇਹ ਸਾਡੇ ਨੇਤਰਾਂ ਦੇ ਰਾਹੀਂ ਮਨ ਦੇਖਦਾ ਸੀ, ਕੰਨਾਂ ਦੇ ਰਾਹੀਂ ਸੁਣਦਾ ਸੀ, ਦੁਨਿਆਵੀ ਬਚਨ ਮੁੱਖ ਰਾਹੀਂ ਬੋਲਦਾ ਸੀ, ਜਿਵੇਂ ਜਿਵੇਂ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਦੇ ਜਾਈਏ ਇਹ 9 ਦਰ ਜਿਹੜੇ ਆ ਠਾਕੇ ਜਾਂਦੇ ਆ, ਰੁਕਣ ਲੱਗ ਜਾਂਦੇ ਆ, ਸਹਿਜ ਹੋ ਜਾਂਦੇ ਆ। ਠਾਕਣ ਤੋਂ ਭਾਵ ਹੈ ਥੋੜ੍ਹੇ ਸਮੇਂ ਲਈ ਆਰਜੀ ਤੌਰ ਤੇ ਇਸ ਸਰੀਰ ਨੂੰ ਸਹਿਜ ਕਰ ਲੈਣਾ, ਰੋਕ ਲੈਣਾ। ਜੋਗੀ ਲੋਕ ਹੱਠ ਕਰਕੇ ਇਸ ਸਰੀਰ ਨੂੰ ਰੋਕਦੇ ਸੀ, ਸਵਾਸ ਕਿਰਿਆ ਪਲਟਾ ਲੈਣੀ, ਸੁਰਤ ਨੂੰ 10ਵੇਂ ਘਰ 'ਚ ਚੜ੍ਹਾ ਲੈਣਾ। ਸਿੱਧਾਂ ਨੇ ਵੀ ਹੱਠ ਕੀਤਾ, ਜੋਗੀਆਂ ਨੇ ਵੀ ਹੱਠ ਕੀਤਾ, ਕਿਸੇ ਨੇ ਪਾਣੀ ਦੇ ਵਿੱਚ ਖੜ੍ਹ ਕੇ ਹੱਠ ਕੀਤਾ, ਕਿਸੇ ਨੇ ਅਗਨ 'ਚ ਬੈਠ ਕੇ ਹੱਠ ਕੀਤਾ, ਪਰ ਗੁਰੂ ਨਾਨਕ ਦੇਵ ਨੇ ਹੱਠ ਨੂੰ ਰੋਕਿਆ। ਮਹਾਰਾਜ ਕਹਿੰਦੇ ਹੱਠ ਨਹੀਂ ਕਰਨਾ, ਸਿਰਫ ਸ਼ਬਦ ਦੁਆਰਾ ਆਪ ਦੇ ਸਰੀਰ ਨੂੰ ਆਰਜੀ ਤੌਰ ਤੇ ਰੋਕੋ। ਜਦੋਂ ਗੁਰਮੰਤਰ ਦੀ ਆਵਾਜ਼ ਦੇ ਵਿੱਚ ਧਿਆਨ ਹੋ ਜਾਂਦਾ ਹੈ ਅਭਿਆਸੀ ਜੀਵ ਦਾ, ਤਾਂ ਫਿਰ ਕਹਿੰਦੇ ਆ 9 ਦਰ ਠਾਕੇ ਧਾਵਤ ਰਹਾਏ, ਸੁਰਤੀ ਧਿਆਨ ਇਹਨਾਂ 9 ਦਰਾਂ ਤੋਂ ਪਿੱਛੇ ਹਟਦਾ ਹੈ, ਗੁਰਮੰਤਰ ਦੀ ਆਵਾਜ਼ ਦੇ ਵਿੱਚ ਵਾਹਿਗੁਰੂ 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 ਦੀ ਆਵਾਜ਼ ਦੇ ਵਿੱਚ ਜਾਂਦੀ ਹੈ। ਤੇ ਫਿਰ ਕਹਿੰਦੇ 10ਵੇਂ ਨਿਜ ਘਰ ਵਾਸਾ ਪਾਏ। ਇਹ ਸਾਡੀ ਕਾਇਆ ਗੁਰੂ ਪਿਆਰਿਓ 10 ਦਰਵਾਜ਼ਿਆਂ ਦੀ ਬਣੀ ਹੋਈ ਹੈ, ਪਰ ਮਹਾਰਾਜ ਕਹਿੰਦੇ 9 ਤਾਂ ਦਿਖਦੇ ਆ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਪਰ ਮਹਾਰਾਜ ਕਹਿੰਦੇ ਫਿਰ 10ਵਾਂ ਕਿਹਨਾਂ ਨੂੰ ਲੱਭਿਆ? ਕਹਿੰਦੇ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਜਿਨ੍ਹਾਂ ਨੇ ਖੋਜ ਕੀਤੀ। ਜਿੱਥੇ ਅਨਹਦ ਵੱਜ ਰਿਹਾ ਕਹਿੰਦੇ ਉੱਥੇ ਅਨਹਦ ਵਜੈ ਦਿਨ ਰਾਤੀ। ਤਾਂ ਫਿਰ ਉਹਨਾਂ ਨੇ ਗੁਰਮੁਖਾਂ ਨੇ ਬਚਨ ਕੀਤਾ ਕਿ ਜਦੋਂ ਅਸੀਂ ਸਿਮਰਨ ਕੀਤਾ ਹੈ, ਇਹ 5 ਦੂਤ ਸਭ ਤੋਂ ਪਹਿਲਾਂ ਜਿਹੜੇ ਸਾਨੂੰ ਬਹੁਤ ਵਿਚਾਰ ਦਿੰਦੇ ਸੀ, ਲੋਭ ਲਹਿਰ 'ਚ ਪਾਉਂਦੇ ਸੀ, ਕਾਮ ਕ੍ਰੋਧ ਵਿੱਚ ਪਾਉਂਦੇ ਸੀ, ਇੱਕ ਦੂਜੇ ਦੇ ਨਾਲ ਝਗੜਾ ਕਰਾਉਂਦੇ ਸੀ, ਸਭ ਤੋਂ ਪਹਿਲਾਂ ਤਾਂ ਇਹ 5 ਦੂਤ ਸ਼ਬਦ ਦਾ ਅਭਿਆਸ ਕਰਕੇ ਦੂਰ ਭੱਜ ਗਿਆ। ਤਰੀਕੇ ਨਾਲ ਜਦੋਂ ਕੀਤਾ ਨਾ ਤਾਂ ਕਹਿੰਦੇ ਸ਼ਬਦ ਸੁਣਿਆ ਤਾਂ ਦੂਰੋਂ ਭਾਗੇ, ਭੱਜ ਗਿਆ। ਕਿਉਂਕਿ ਸ਼ਬਦ ਨੂੰ ਗੁਰੂ ਦਾ ਖਿਤਾਬ ਹੈ, ਗੁਰਮੰਤਰ ਵਾਹਿਗੁਰੂ ਨੂੰ ਤਾਰਨਹਾਰ ਦੱਸਿਆ ਹੈ, ਬੋਹਿਤਾ ਦੱਸਿਆ ਹੈ, ਜਹਾਜ਼ ਦੱਸਿਆ। ਜਦੋਂ ਗੁਰਮੰਤਰ ਦੀ ਆਵਾਜ਼ ਦੇ ਵਿੱਚ ਧਿਆਨ ਦਿੱਤਾ ਤਾਂ ਕਹਿੰਦੇ ਸਭ ਤੋਂ ਪਹਿਲਾਂ ਇਹ 5 ਦੂਤ ਭੱਜੇ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭੱਜ ਗਏ। ਜਦੋਂ ਸ਼ਬਦ ਦੀ ਇਕਾਗਰਤਾ ਦੇ ਵਿੱਚ ਮਨ ਨੂੰ ਟਿਕਾਇਆ, ਫਿਰ ਇਹ 5 ਦੂਤ ਭੱਜ ਗਏ। ਜਦੋਂ 5 ਭੱਜੇ ਤੇ ਵਿਚਾਰ ਆਉਣੋਂ ਬੰਦ ਹੋ ਗਏ। ਉੱਥੇ ਪਤਾ ਲੱਗ ਗਿਆ ਵੀ ਮਨ ਨਹੀਂ ਸੀ ਫੁਰਨੇ ਲੈਂਦਾ, ਇਹ 5 ਦੂਤ ਦਿੰਦੇ ਪਏ ਸੀ। ਉਹ ਜਦੋਂ ਸ਼ਬਦ ਦਾ ਸ਼ਸਤਰ ਲਿਆ
ਇਹ ਪੰਜੇ ਭੱਜ ਗਏ ਤੇ ਮਨ ਵਿਚਾਰਾਂ ਤੋਂ ਰਹਿਤ ਹੋਇਆ ਤੇ ਸੁਖ ਆਇਆ। ਤੇ ਕਹਿੰਦੇ ਜਦੋਂ ਸੁਖ ਵਿੱਚ ਹੋਇਆ ਤੇ ਫਿਰ ਮਹਾਰਾਜ ਕਹਿੰਦੇ ਆਪਣੇ ਆਪ ਹੀ ਸੁੰਨ ਸਮਾਧ ਹੋ ਗਿਆ। ਸੁੰਨ ਸਮਾਧ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ। ਇਸ ਦੇਹੀ ਦੇ ਵਿੱਚ ਪਤਾ ਹੀ ਨਹੀਂ ਲੱਗਾ ਨੇਤਰ ਕਿੱਥੇ ਹੈ, ਇਸ ਦੇਹੀ ਦਾ ਪਤਾ ਹੀ ਨਹੀਂ ਲੱਗਾ ਹੱਥ ਕਿੱਥੇ ਹੈ, ਬਾਹਾਂ ਕਿੱਥੇ ਹੈ। ਜਿਉਂਦਿਆਂ ਜੀ ਸ਼ਬਦ ਦੁਆਰਾ ਮਰ ਗਏ। ਜਦੋਂ ਸ਼ਬਦ ਦਾ ਧਿਆਨ ਲੈ ਕੇ ਅਭਿਆਸ ਕੀਤਾ, ਇਹ ਭੇਤ ਹੀ ਨਹੀਂ ਆ ਰਿਹਾ ਵੀ ਇੰਦਰੀਆਂ ਕਿੱਥੇ ਹੈ। ਸ਼ਬਦ ਇੰਨੀ ਮਹਿਮਾ ਵਿੱਚ ਕਹਿਣ ਨਾ ਜਾਈ ਅਚਰਜ ਬਿਸਮਾਦ ਦੇ ਵਿੱਚ ਲੈ ਗਿਆ। ਉਹ ਅਭਿਆਸੀ ਬਣਿਆ। ਹੁਣ ਜਦੋਂ ਬਿਸਮਾਦ ਵਿੱਚ ਜਾਂਦਾ ਹੈ, ਕਹਿੰਦੇ ਉੱਥੇ ਅਨਹਤ ਨਾਦ ਸਰਵਣ ਹੋਇਆ, ਉੱਥੇ ਅਨਹਦ ਬਾਣੀ ਸਰਵਣ ਹੋਈ। ਉੱਥੇ ਮਹਾਰਾਜ ਕਹਿੰਦੇ ਕਰ ਕਰ ਤਾਲ ਪਖਾਵਜ ਨੈਨੋ ਮਾਥੇ ਵਜੈ ਰਬਾਬਾ ਕਰਨੋ ਮਦ ਬਾਂਸਰੀ ਵਾਜੈ ਜਿਹਵਾ ਧੁਨ ਅਗਾਜਾ ਨਿਰਤ ਕਰੈ ਕਰਮਣੂਆ ਨਾਚੈ ਆਣੇ ਘੁੰਗਰ ਸਾਜਾ ਰਾਮ ਕੋ ਨਿਰਤਕਾਰੀ। ਇੰਨੇ ਸਾਜ ਸਰਵਣ ਹੋਣ ਲੱਗੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਿ ਮਨ ਗਦਗਦ ਹੋ ਗਿਆ। ਹੁਣ ਸਰੀਰ ਦੇ ਵਿੱਚ ਹੈ, ਜਿਸ ਸਰੀਰ ਦੇ ਵਿੱਚ ਇੰਨੇ ਵਿਚਾਰ ਫੁਰਨਿਆਂ ਦੀ ਮੈਲ ਚੱਲਦੀ ਸੀ, ਉਹੀ ਸਰੀਰ ਜਦੋਂ ਗਿਆਨ ਇੰਦਰੀ ਕਰਮ ਇੰਦਰੀਆਂ ਤੋਂ 9 ਦਰਵਾਜ਼ਿਆਂ ਨੂੰ ਠਾਕ ਕੇ ਉੱਪਰ ਉੱਠਿਆ, ਉੱਥੇ ਹੀ ਇਹ ਸਾਜ ਸੁਣਦੇ ਹੈ, ਹਰੀ ਦਾ ਕੀਰਤਨ ਸੁਣਦਾ ਹੈ। ਤੇ ਜਦੋਂ ਉਸ ਅਵਸਥਾ ਵਿੱਚੋਂ ਵਾਪਸ ਆਇਆ, ਜਦੋਂ ਉਸ ਅਵਸਥਾ ਦੇ ਵਿੱਚੋਂ ਸੰਸਾਰ ਵਿੱਚ ਆ ਕੇ ਨੇਤਰ ਖੁੱਲੇ, ਫਿਰ ਕਹਿੰਦਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ। ਵਧਾਈਆਂ ਵੱਜੀਆਂ ਅੱਜ ਤਾਂ ਅੰਦਰ। ਇਸ ਸਰੀਰ ਦੇ ਵਿੱਚ ਮੈਂ ਮੰਦਰ ਖੋਜ ਲਿਆ, ਇਸ ਸਰੀਰ ਦੇ ਵਿੱਚ ਮੈਂ ਉਹ ਹਰੀ ਦਾ ਗੁਰੂ ਦਾ ਦੁਆਰਾ ਖੋਜ ਲਿਆ। ਹੁਣ ਮੈਨੂੰ ਪਤਾ ਲੱਗਿਆ ਸਭ ਕਿਛ ਘਰ ਮੈਂ ਬਾਹਰ ਨਹੀਂ, ਇੱਥੇ ਅੰਦਰ ਹੀ ਹੈ ਸਭ। ਅਸੀਂ ਤਾਂ ਬਾਹਰ ਲੱਭਦੇ ਫਿਰਦੇ ਸੀ, ਪਰ ਕਿਸ ਤਰ੍ਹਾਂ ਹੋਇਆ? ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ। ਫਿਰ ਜਦੋਂ ਉਪਦੇਸ਼ ਸੁਣਿਆ ਤੇ ਪਾਰ ਬ੍ਰਹਮ ਬੜਾ ਨੇੜੇ ਹੋ ਕੇ ਮਹਿਸੂਸ ਹੋਇਆ, ਦੇਹੀ ਦੇ ਵਿੱਚ ਮਹਿਸੂਸ ਹੋਇਆ, ਅਨਹਦ ਰੂਪ ਵਿੱਚ ਮਹਿਸੂਸ ਹੋਇਆ, ਵਾਜਿਆਂ ਦੇ ਰੂਪ ਵਿੱਚ ਮਹਿਸੂਸ ਹੋਇਆ, ਤੇ ਨਾਲ ਹੀ ਮਿੱਠਾ ਅੰਮ੍ਰਿਤ ਜਲ ਮਹਿਸੂਸ ਹੋਇਆ। ਤੇ ਉਹ ਕਹਿੰਦੇ ਆ ਇਹੀ ਅਵਸਥਾ ਦੇ ਵਿੱਚ ਤੁਸੀਂ ਚੱਲਣਾ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ। ਜਿਹੜਾ ਘਟ ਦੇ ਵਿੱਚ ਤੀਰਥ ਨਹਾਉਣਾ ਸਿੱਖ ਗਿਆ, ਘਟ ਵਿੱਚ ਕੀਰਤਨ ਸੁਣ ਰਿਹਾ, ਇਸ ਸਰੀਰ ਰੂਪੀ ਘਟ ਵਿੱਚ, ਘਟ ਵਿੱਚੋਂ ਅੰਮ੍ਰਿਤ ਰਸ ਪ੍ਰਾਪਤ ਕਰ ਰਿਹਾ, ਉਹੀ ਮੁਕਤ ਹੈ। ਕਬੀਰ ਸਾਹਿਬ ਕਹਿੰਦੇ ਆ ਉਸ ਦਾ ਮਨ ਫਿਰ ਮੈਲ ਤੋਂ ਪਰੇ ਹੁੰਦਾ ਹੈ। ਜਦੋਂ ਇੱਕ ਵਾਰ ਉਹ ਅੰਮ੍ਰਿਤ ਰਸ ਆਇਆ ਅੰਦਰੋਂ ਸ਼ਬਦ ਦੁਆਰਾ, ਜੋ ਅੰਦਰ ਬੈਠੇ ਪੂਰੇ ਸਤਿਗੁਰੂ ਜੋ ਮਸਤਕ ਤੇ ਬੈਠੇ ਹੈ ਉਹ ਦਿੰਦੇ ਹੈ, ਫਿਰ ਸੰਸਾਰ ਦੇ ਰਸ ਫਿੱਕੇ ਲੱਗਦੇ ਆ, ਭਗਤੀ ਪ੍ਰਵਾਨ ਹੁੰਦੀ ਹੈ। ਫਿਰ ਬਾਹਰਲੇ ਪਾਸੇ ਧਿਆਨ ਨਹੀਂ ਜਾਂਦਾ, ਕਿਉਂਕਿ ਅੰਦਰੋਂ ਅੰਮ੍ਰਿਤ ਮੁਖ ਮਿੱਠਾ ਹੋਣ ਲੱਗ ਗਿਆ, ਅੰਦਰੋਂ ਅਨਹਦ ਸੁਣਾਈ ਦੇਣ ਲੱਗ ਗਿਆ, ਅੰਦਰੋਂ ਜਿਹੜਾ ਗੁਰਮੰਤਰ ਜਪਦਾ ਸੀ ਉਹ ਰੋਮ ਰੋਮ ਵਿੱਚ ਵਸਣ ਲੱਗ ਗਿਆ। ਉਸੇ ਨੂੰ ਭਗਤ ਕਹਿੰਦੇ ਆ, ਉਸੇ ਨੂੰ ਸਾਧ ਕਹਿੰਦੇ ਆ। ਫਿਰ ਸੰਸਾਰੀ ਰਸ ਫਿੱਕੇ ਲੱਗਦੇ ਆ। ਕਿਉਂ? ਕਿਉਂਕਿ ਗੁਰੂ ਦੀ ਕਿਰਪਾ ਸਦਕਾ ਗੁਰਮੁਖ ਪਿਆਰਿਓ ਇਹ ਅਵਸਥਾਵਾਂ ਵਿਰਲੇ ਗੁਰਮੁਖਾਂ ਨੂੰ ਪ੍ਰਾਪਤ ਹੁੰਦੀਆਂ ਨੇ, ਜੋ ਦਿਨ ਰਾਤ ਇੱਕ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੀ ਖੋਜ ਕਰਦੇ ਆ, ਸੰਤਾਂ ਸਾਧੂਆਂ ਦਾ ਸੰਗ ਕਰਦੇ ਆ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ। ਜਿਹਨੂੰ ਇਹ ਅਵਸਥਾ ਪ੍ਰਾਪਤ ਹੋ ਗਈ, ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਪਰ ਖੰਡਾ ਬ੍ਰਹਮੰਡਾ ਸੋਭਾ ਹੈ ਉਹਦੀ। ਤਾਂ ਹੀ ਮਹਾਰਾਜ ਕਹਿੰਦੇ ਆ ਤੂੰ ਇਹ ਅਵਸਥਾ ਪ੍ਰਾਪਤ ਕਰਨਾ ਆ, ਤੂੰ ਥਿਰ ਘਰ ਦੀ ਖੋਜ ਕਰਨਾ ਆ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਈ ਗੋ ਫੇਰਾ। ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ਼ ਵਾਰੇ। ਤੂੰ ਥਿਰ ਘਰ ਦੀ ਖੋਜ ਨਹੀਂ ਕਰਦਾ, ਨਿਜ ਘਰ ਮਹਿਲ ਦੀ ਖੋਜ ਨਹੀਂ ਕਰਦਾ, ਸਰੀਰ ਦੀ ਖੋਜ ਨਹੀਂ ਕਰਦਾ। ਇੰਨਾ ਗਰਭ ਹੈ ਜਿਸ ਸੰਸਾਰ ਨੂੰ ਛੱਡ ਕੇ ਜਾਣਾ, ਉਹਦੇ ਨਾਲ ਪਿਆਰ ਪਾਇਆ ਹੋਇਆ। ਹਰਨ ਭਰਨ ਸੰਪੂਰਨ ਚਰਨ ਕਮਲ ਰੰਗ ਇਤਨੋ। ਜਿਹੜਾ ਇਸ ਸੰਸਾਰ ਨੂੰ ਹਰਨ ਭਰਨ ਜਾ ਕਾ ਨੇਤਰ ਫੋਰ, ਇਸ ਸੰਸਾਰ ਨੂੰ ਕੱਲਾ ਤੈਨੂੰ ਹੀ ਨਹੀਂ ਅਨੇਕਾਂ ਧਰਤੀਆਂ ਨੂੰ ਪਾਲਦਾ ਪਿਆ। ਤੂੰ ਤਾਂ ਇੱਕ ਬਹੁਤ ਛੋਟਾ ਕਿਣਕਾ ਹੈ, ਲੱਖਾਂ ਖੰਡਾਂ ਬ੍ਰਹਿਮੰਡਾਂ ਨੂੰ ਸਵਾਸ ਦੇ ਰਿਹਾ।
ਕਿੰਨੇ ਸਮੁੰਦਰਾਂ ਨੂੰ ਪਾਲ ਰਿਹਾ ਹੈ, ਕਿੰਨੇ ਆਕਾਸ਼ਾਂ ਪਤਾਲਾਂ ਨੂੰ ਪਾਲ ਰਿਹਾ ਹੈ। ਹਰਨ ਭਰਨ ਸੰਪੂਰਨ ਚਰਨ ਕਮਲ ਰੰਗ ਰਿਤਨੋ। ਤੈਨੂੰ ਉਸ ਦਾ ਭੇਤ ਨਹੀਂ? ਇੰਨੀ ਤੇਰੇ ਵਿੱਚ ਆਸ਼ਾ ਅਭਿਲਾਸ਼ਾ ਹੈ, ਇੰਨੀ ਤੇਰੇ ਵਿੱਚ ਤ੍ਰਿਸ਼ਨਾ ਹੈ, ਤੈਨੂੰ ਇਹ ਭੇਤ ਨਹੀਂ ਕਿ ਤੈਨੂੰ ਹੀ ਇਕੱਲੇ ਨੂੰ ਨਹੀਂ, ਖੰਡਾਂ ਬ੍ਰਹਿਮੰਡਾਂ ਦਾ ਪਾਲਣ ਕਰਨ ਵਾਲਾ ਕੌਣ ਹੈ, ਧਰਤੀਆਂ ਨੂੰ ਸਾਂਭਣ ਵਾਲਾ ਕੌਣ ਹੈ, ਆਕਾਸ਼ਾਂ ਨੂੰ ਸਾਂਭਣ ਵਾਲਾ ਕੌਣ ਹੈ। ਐਡੇ ਵੱਡੇ ਵੱਡੇ ਸਮੁੰਦਰ ਹੈ, ਉਹਦੇ ਵਿੱਚ ਲੱਖਾਂ ਜੀਵ ਹੈ, ਲੱਖਾਂ ਭਾਰ ਦੀ ਬਨਸਪਤੀ ਹੈ, ਕਿੰਨੇ ਪੱਤੇ ਹੈ, ਕਿੰਨਾ ਪੌਣ ਪਾਣੀ ਬਸੰਤਰ ਹੈ। ਤੈਨੂੰ ਪਤਾ ਨਹੀਂ ਉਹਨਾਂ ਨੂੰ ਕੌਣ ਪਾਲਦਾ ਪਿਆ। ਅਸੀਂ ਇੱਕ ਛੋਟੇ ਜਿਹੇ ਬਿਲਕੁਲ ਕਿਣਕੇ ਮਾਤਰ ਵੀ ਨਹੀਂ, ਤੇ ਅਸੀਂ ਘੱਟੋ ਘੱਟ ਇਹ ਦੇਖੀਏ ਵੀ ਖੰਡ ਬ੍ਰਹਿਮੰਡ ਕੋ ਠਾਕੁਰ ਸੁਆਮੀ। ਤੇ ਫਿਰ ਵੀ ਸਾਡੇ ਮਨ ਦੇ ਵਿੱਚ ਫਿਕਰ ਹੈ। ਇਸ ਕਰਕੇ ਗੁਰਮੁਖੋ ਕਹਿੰਦੇ ਆ ਕਿ ਗੁਰਬਾਣੀ ਨੂੰ ਤੁਸੀਂ ਪੜ੍ਹਿਆ ਕਰੋ, ਵਿਚਾਰਿਆ ਕਰੋ। ਜਦੋਂ ਗੁਰਬਾਣੀ ਗੁਰੂ ਨੂੰ ਤੁਸੀਂ ਪੜ੍ਹੋਗੇ, ਵਿਚਾਰੋਗੇ, ਇਸ ਤਰ੍ਹਾਂ ਫਿਰ ਵਿੱਚ ਗਿਆਨ ਦੇ ਸ਼ਸਤਰ ਤੁਹਾਡੇ ਮਨ ਨੂੰ ਵਿੰਨਣਗੇ, ਤਾਂ ਗੁਰੂ ਦੇ ਪ੍ਰਤੀ ਤੁਹਾਡਾ ਭਰੋਸਾ ਬਣੇਗਾ। ਫਿਰ ਇਹ ਜਿਹੜਾ ਸਾਰੇ ਦਿਨ ਰਾਤ ਮਨ ਦੇ ਵਿੱਚ ਹੈ ਚੱਲਦੀ ਹੈ, ਪੰਜੇ ਦੂਤਾਂ ਦੇ ਵਿਚਾਰ ਚੱਲਦੇ ਹੈ ਤੇ ਸਾਨੂੰ ਵਾਰ-ਵਾਰ ਜਨਮ ਮਰਨ ਦੇ ਵਿੱਚ ਲਿਆਉਂਦੇ ਆ, ਇਹਨਾਂ ਤੋਂ ਤੁਸੀਂ ਰਹਿਤ ਹੋਵੋ। ਤਾਂ ਮਹਾਰਾਜ ਕਹਿੰਦੇ ਕਿ ਭਰੋਸੇ ਦੇ ਵਿੱਚ ਆ, ਭਰੋਸੇ ਦੇ ਵਿੱਚ ਆ ਕੇ ਉਸ ਮਾਲਕ ਦਾ ਸਿਮਰਨ ਕਰ, ਅਭਿਆਸ ਕਰ। ਇਹਨਾਂ 9 ਦਰਵਾਜ਼ਿਆਂ ਤੋਂ ਰਹਿਤ ਹੋ ਕੇ 10ਵੇਂ ਦੀ ਖੋਜ ਕਰਨੀ ਸਿੱਖ। ਅੰਦਰ ਜੋ ਮੰਦਰ ਬਣਿਆ ਹੋਇਆ ਉਸ ਮੰਦਰ ਵਿੱਚ ਪ੍ਰਵੇਸ਼ ਕਰਨਾ ਸਿੱਖ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਜਿਹੜੇ ਮੱਤ ਵਿੱਚ ਰਤਨ ਜਵਾਹਰ ਰੱਖਿਆ, ਉਹ ਗਿਆਨ ਦੇ ਰਤਨ, ਉਹ ਅੰਮ੍ਰਿਤ ਦੇ ਰਤਨ, ਉਹ ਅਨਹਦ ਦੇ ਰਤਨ, ਉਸ ਤਰ੍ਹਾਂ ਰੋਜ਼ ਪੜ੍ਹ ਰਿਹਾ। ਅਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਰ ਸੁਣਿਆ ਨਹੀਂ ਆਪ। ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ। ਇਹ ਭੇਤ ਸਾਰਾ ਸਾਧ ਸੰਗ ਦੇ ਵਿੱਚ ਆ ਕੇ ਆਉਂਦਾ, ਜੋ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਪਾਂ ਭੇਤ ਲਿਆ ਨਾ। ਇਸ ਭੇਤ ਨੂੰ ਸੁਣ ਕੇ ਮਨ ਦੇ ਵਿੱਚੋਂ ਬਾਹਰ ਨਹੀਂ ਹੁਣ ਜਾਣ ਦੇਣਾ। ਇਸ ਭੇਤ ਨੂੰ ਕਮਾਉਣਾ ਹੈ, ਕਿਉਂਕਿ ਇਹ ਬੜੇ ਵੱਡੇ ਸਾਧੂਆਂ ਦੇ ਬਚਨ ਨੇ। ਜੋ ਗੁਰਬਾਣੀ ਗੁਰੂ ਦੇ ਬਚਨ ਹੈ, ਗੁਰਬਾਣੀ ਗੁਰੂ ਦੇ ਅੱਖਰ ਨੇ। ਇਹ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ, ਇਹ ਰਤਨ ਨੇ ਜਿਹੜੇ ਤੁਸੀਂ ਅੱਜ ਸਰਵਣ ਕੀਤੇ ਆ। ਇਹ ਗੁਰਬਾਣੀ ਦੇ ਸਾਧੂਆਂ ਦੇ ਬਚਨ ਹੈ, ਗੁਰੂ ਨਾਨਕ ਰੂਪੀ ਸਾਧੂ ਦੇ ਬਚਨ ਹੈ, ਗੁਰੂ ਅਰਜਨ ਦੇਵ ਮਹਾਰਾਜ ਰੂਪੀ ਬ੍ਰਹਮ ਗਿਆਨੀਆਂ ਦੇ ਬਚਨ ਨੇ। ਸੁਨਤ, ਕੱਲਾ ਸੁਣਨਾ ਨਹੀਂ, ਅੱਗੇ ਕੀ ਕਹਿੰਦੇ ਨੇ, ਕਮਾਵਤ। ਫਿਰ ਕਹਿੰਦੇ ਹੋਤ ਉਧਾਰ। ਆਪ ਤਰਹਿ ਲੋਕਹਿ, ਆਪ ਵੀ ਮੁਕਤ ਹੋ ਜਾਏਗਾ, ਪਰਿਵਾਰ ਨੂੰ ਵੀ ਮੁਕਤ ਕਰ ਜਾਏਗਾ, ਤੇ ਹੋਰ ਜਿੰਨੇ ਵੀ ਤੇਰਾ ਸੰਗ ਕਰਨਗੇ। ਮੰਨੈ ਤਰੈ ਤਾਰੈ ਗੁਰ ਸਿੱਖ। ਜੋ ਤੇਰੀ ਮੰਨਣਗੇ, ਤੇਰੇ ਨਾਲ ਬੈਠ ਕੇ ਨਾਮ ਜਪਣਗੇ, ਜੋ ਗੁਰੂ ਦੀ ਬਾਣੀ ਦੇ ਹੁਕਮ ਵਿੱਚ ਆ ਜਾਣਗੇ, ਉਹ ਵੀ ਤਰ ਜਾਣਗੇ। ਸੋ ਗੁਰੂ ਪਿਆਰਿਓ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭੇਤ ਦਿੱਤਾ ਹੈ, ਆਪ ਦੇ ਜੀਵਨ ਨੂੰ ਦੇਖੀਏ, ਸਵਾਸਾਂ ਦੇ ਧਨ ਨੂੰ ਦੇਖੀਏ, ਫਿਰ ਵੇਖੀਏ ਵੀ ਕਿੰਨੀ ਕੁ ਆਪਾਂ ਖੋਜ ਕੀਤੀ ਹੈ, ਔਰ ਆਪਾਂ ਸ਼ਬਦ ਦਾ ਅਭਿਆਸ ਕਰੀਏ, ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹੀਏ, ਆਪ ਦੇ ਜੀਵਨ ਦੇ ਲਾਹੇ ਨੂੰ ਆਪਾਂ ਸਫਲ ਕਰੀਏ। ਇੰਨੀ ਭੱਜ ਦੌੜ ਦੇ ਵਿੱਚ ਅਸੀਂ ਦੇਖ ਰਹੇ ਹਾਂ, ਸਾਡੇ ਮਾਂ ਬਾਪ ਭੈਣ ਭਾਈ ਸਭ ਇਸੇ ਭੱਜ ਦੌੜ ਦੇ ਵਿੱਚ ਇੱਥੋਂ ਸਵਾਸਾਂ ਦਾ ਭੰਡਾਰਾ ਖਤਮ ਕਰਕੇ ਜਾ ਰਹੇ। ਅਸੀਂ ਵੀ ਚਲੇ ਜਾਣਾ ਹੈ, ਪਰ ਸਵਾਸਾਂ ਦਾ ਧਨ ਖਤਮ ਹੋਣ ਤੋਂ ਪਹਿਲਾਂ ਆਪਾਂ ਮਿਲਾਪ ਕਰ ਲਈਏ। ਸੋ ਆਓ ਥੋੜ੍ਹਾ ਸਮਾਂ ਵਾਹਿਗੁਰੂ ਗੁਰੂ ਮੰਤਰ ਦਾ 1-ਅੱਧਾ ਮਿੰਟ ਜਾਪ ਕਰਕੇ ਉਪਰੰਤ ਸਮਾਪਤੀ ਔਰ ਗੁਰੂ ਘਰ ਦਾ ਅਗਲਾ ਲਾਹਾ ਤੁਸੀਂ ਪ੍ਰਾਪਤ ਕਰਨਾ। ਨੇਤਰ ਬੰਦ ਕਰਕੇ ਆਓ ਆਪਾਂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੀਏ ਸਹਿਜ ਸਹਿਜ। ਵਾਹਿਗੁਰੂ 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 ਵਾਹਿਗੁਰੂ। ਸਾਰੇ ਬੋਲ ਬੋਲ ਕੇ ਵਾਹਿਗੁਰੂ 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 ਵਾਹਿਗੁਰੂ।